हाँ जी, सारे विद्यार्थियों ਨੂੰ सत श्री अकाल। स्वागत है जी ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਪ੍ਰੋਫੈਸਰ ਮੋਹਨ ਸਿੰਘ ਬਾਰੇ ਪੜ੍ਹ ਰਹੇ ਸੀ। ਸਾਡੀ 10ਵੀਂ ਵਾਲੀ ਜਮਾਤ ਵਿੱਚ ਵੀ ਦਿੱਤਾ ਹੋਇਆ, ਸਾਡੀ 12ਵੀਂ ਵਾਲੀ ਵਿੱਚ ਵੀ, ਤੇ ਹੁਣ ਆਪਣੀ ਜਿਹੜੀ ਅਗਲੀ ਜਮਾਤ ਹੈ BA ਦੇ ਵਿੱਚ ਦੇ ਰੱਖਿਆ ਪ੍ਰੋਫੈਸਰ ਮੋਹਨ ਸਿੰਘ ਬਾਰੇ। ਬਹੁਤ ਸਾਰੀਆਂ ਕਵਿਤਾਵਾਂ ਦੇ ਰੱਖੀਆਂ ਜਿਨ੍ਹਾਂ ਦੇ ਵਿੱਚੋਂ ਪ੍ਰਸ਼ਨ ਆਉਣ ਦੀ ਪੂਰੀ ਸੰਭਾਵਨਾ ਹੈ। ਜਿਹੜੇ ਪਿਛਲੇ ਜਿੰਨੇ ਵੀ ਐਗਜ਼ਾਮ ਹੋਏ ਉਹਨਾਂ ਦੇ ਵਿੱਚ ਪ੍ਰਸ਼ਨ ਆਉਂਦੇ ਰਹੇ ਹੈ ਤੇ ਅੱਗੇ ਭਵਿੱਖ ਦੇ ਵਿੱਚ ਵੀ ਆਉਂਦੇ ਰਹਿਣਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦੇ ਜੀਵਨ ਬਾਰੇ ਆਪਾਂ ਦੇਖਦੇ ਹਾਂ। ਦੇ ਰੱਖਿਆ 1905-1978 ਜਨਮ ਹੈ ਜੀ ਜਿਹੜਾ 20 ਅਕਤੂਬਰ 1905 ਨੂੰ ਹੁੰਦਾ ਹੈ ਪਿੰਡ ਮਰਦਾਨ ਪਾਕਿਸਤਾਨ ਵਿੱਚ। ਵੈਸੇ ਧਮਿਆਲ ਜੱਦੀ ਪਿੰਡ ਹੈ ਜਿਹੜਾ, ਕਈਆਂ ਨੇ ਲਿਖਿਆ ਵੀ ਇਹਦਾ ਜਨਮ ਹੈ ਜਿਹੜਾ ਧਮਿਆਲ ਹੈ, ਪਰ ਲਿਖਿਆ ਹੋਇਆ ਇਹਦੇ ਵਿੱਚ ਕਿ ਜਨਮ ਹੈ ਜਿਹੜਾ ਉਹ ਮਰਦਾਨ ਪਿੰਡ ਦੇ ਵਿੱਚ ਹੋਇਆ। ਅਤੇ ਜਿਹੜੀ ਅੱਗੇ ਜਿਹੜੀ ਵਿੱਦਿਆ ਪ੍ਰਾਪਤ ਹੋਈ ਹੈ ਜੱਦੀ ਪਿੰਡ ਦੇ ਵਿੱਚੋਂ ਧਮਿਆਲ, ਰਾਵਲਪਿੰਡੀ ਪਾਕਿਸਤਾਨ। ਜਿਹੜਾ ਪੰਜ ਦਰਿਆ ਨਾਮ ਦਾ ਮਾਸਿਕ ਪੱਤਰ ਹੈ ਉਸ ਨੂੰ ਪ੍ਰੋਫੈਸਰ ਮੋਹਨ ਸਿੰਘ ਦੇ ਨਾਮ ਨਾਲ ਜੋੜਿਆ ਜਾਂਦਾ ਜੀ, ਜੋ 1939 ਦੇ ਵਿੱਚ ਕੱਢਣਾ ਸ਼ੁਰੂ ਕੀਤਾ। ਇੱਕ ਤਾਂ ਧਿਆਨ ਰੱਖਿਓ ਵੀ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਪੱਤਰ ਸੀ ਉਹ ਮਾਸਿਕ ਪੱਤਰ ਸੀ, ਪਹਿਲਾ ਪ੍ਰਸ਼ਨ। ਦੂਸਰਾ ਉਹਦਾ ਨਾਮ ਸੀ ਪੰਜ ਦਰਿਆ, ਅਤੇ ਤੀਸਰਾ 1939 ਦੇ ਵਿੱਚ ਇਹ ਜਿਹੜਾ ਮਾਸਿਕ ਪੱਤਰਕ ਹੈ, ਮਾਸਿਕ ਪੱਤਰ ਇਹ ਛਪਣਾ ਸ਼ੁਰੂ ਹੋਇਆ ਸੀ। ਇੰਨਾ ਮਤਲਬ ਮਸ਼ਹੂਰ ਹੋਇਆ ਵੀ ਪ੍ਰੋਫੈਸਰ ਮੋਹਨ ਸਿੰਘ ਅਤੇ ਪੰਜ ਦਰਿਆ ਦੋਨੋਂ ਇੱਕ ਦੂਜੇ ਦੇ ਪਰਿਆਇਵਾਚੀ ਸਮਾਨਾਰਥੀ ਹੋ ਗਏ। ਫਾਰਸੀ ਦੇ ਪ੍ਰੋਫੈਸਰ ਵਜੋਂ ਵੀ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਉਂਦੇ ਰਹੇ। 1965 ਦੇ ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਪੰਜਾਬੀ ਪੜ੍ਹਾਉਂਦੇ ਰਹੇ ਅਤੇ ਜਲੰਧਰ ਵਿੱਚ ਹਿੰਦ ਪਬਲਿਸ਼ਰਜ਼ ਨਾਂ ਦੇ ਪ੍ਰਕਾਸ਼ਨ ਸੰਸਥਾਨ ਦੇ ਬਾਨੀ ਅਤੇ ਮਾਲਕ ਸਨ। ਸੋ ਹਿੰਦ ਪ੍ਰਕਾਸ਼ਨ ਦੇ ਸੰਸਥਾਪਕ ਕੌਣ ਸੀ? ਪ੍ਰੋਫੈਸਰ ਮੋਹਨ ਸਿੰਘ। ਇਹ ਪ੍ਰਸ਼ਨ ਅੱਡ ਜਿਹਾ, ਇਹਨੂੰ ਧਿਆਨ ਰੱਖਣਾ, ਤੁਸੀਂ ਕਦੇ ਪੁੱਛਿਆ ਨਹੀਂ ਗਿਆ, ਪੁੱਛਿਆ ਜਾ ਸਕਦਾ। ਬਹੁਤ ਸਾਰੀਆਂ ਕਾਵਿ ਰਚਨਾਵਾਂ ਦੀ, ਕਾਵਿ ਸੰਗ੍ਰਹਿ ਦੀ ਰਚਨਾ ਕੀਤੀ। ਸਾਵੇ ਪੱਤਰ ਦਾ ਸੰਨ ਦੇ ਰੱਖਿਆ 1936। ਮੈਂ ਤੁਹਾਨੂੰ ਇੱਕ ਵਾਰੀ ਫਿਰ ਤੁਹਾਨੂੰ ਇੱਕ ਇਨਫੋਰਮੇਸ਼ਨ ਜ਼ਰੂਰੀ ਦੇ ਦੇਵਾਂ ਕਿ ਮੰਨ ਲਓ ਕਿ ਮੈਂ ਨੋਟਸ ਦੇ ਵਿੱਚ ਕੋਈ ਸੰਨ ਲਿਖਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਲਿਖਤੀ ਹੋਵੇ ਜਿਹੜੀ ਜਿਹੜੀ BA ਵਾਲੀ ਬੁੱਕ ਜਾਂ 11ਵੀਂ 12ਵੀਂ ਵਾਲੀ ਬੁੱਕ ਨਾਲੋਂ ਅੱਡ ਹੋਵੇ, ਤਾਂ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਮੇਰੇ ਵਾਲੇ ਨੋਟਸ ਨੂੰ ਆਧਾਰ ਨਹੀਂ ਬਣਾਉਣਾ ਹੈ। ਤੁਸੀਂ ਕੀ ਕਰਨਾ ਹੈ, ਜਿਹੜੇ ਸਾਡੇ BA ਵਾਲੀ ਆਹ ਜਿਹੜੀ ਬੁੱਕ ਹੈ, BA ਵਾਲੀਆਂ ਬੁੱਕਸ, ਅਤੇ ਜਾਂ 11ਵੀਂ 12ਵੀਂ ਦੇ ਵਿੱਚ ਜੇ ਕੋਈ ਤੱਥ ਸਹੀ ਦੇ ਰੱਖਿਆ ਉਸ ਨੂੰ ਆਧਾਰ ਮੰਨ ਕੇ ਚੱਲਣਾ, ਮੇਰੇ ਵਾਲੇ ਨੋਟਸਾਂ ਨੂੰ ਨਹੀਂ ਆਧਾਰ ਮੰਨਣਾ। ਇਹ ਗੱਲ ਤੁਸੀਂ ਧਿਆਨ ਰੱਖਣੀ ਹੈ ਬਿਲਕੁਲ। ਮੈਂ ਇਹ ਗੱਲ ਆਖੀ ਹੈ, ਤੁਹਾਨੂੰ ਪਤਾ ਹੀ ਹੈ, ਫਿਰ ਜਦੋਂ ਮੈਂ ਆਖੀ ਹੈ ਤਾਂ ਫਿਰ ਮੰਨਣੀ ਹੈ ਤੁਸੀਂ। ਕਸੁੰਭੜਾ 1939 ਦੇ ਵਿੱਚ ਛਪੀ ਹੈ ਇਹਦੀ ਕਾਵਿ ਰਚਨਾ, ਅਤੇ ਅੱਧ ਵਾਟੇ 1944 ਕਾਵਿ ਸੰਗ੍ਰਹਿ। ਕੱਚ ਸੱਚ ਦਾ ਸੰਨ ਦੇ ਰੱਖਿਆ 1950। ਆਵਾਜ਼ਾਂ 1954। ਸਭ ਤੋਂ ਪਹਿਲਾਂ ਧਿਆਨ ਰੱਖਣ ਵਾਲੇ ਆ ਦੋ, ਇੱਕ ਤਾਂ ਸਾਵੇ ਪੱਤਰ ਅਤੇ ਇੱਕ ਕਸੁੰਭੜਾ 1936 ਅਤੇ 1947। ਇੱਕ ਹੈਗੀ ਹੈ ਸਭ ਤੋਂ ਇੰਪੋਰਟੈਂਟ ਵੱਡਾ ਵੇਲਾ 1958 ਦੇ ਵਿੱਚ ਛਪੀ ਹੈ ਜਿਹੜੀ ਕਾਵਿ ਸੰਗ੍ਰਹਿ ਵੱਡਾ ਵੇਲਾ, ਕਿਉਂਕਿ ਇਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਅਤੇ ਮਿਲਿਆ ਕਦੋਂ ਆ ਵੀ ਦੇ ਰੱਖਿਆ। ਨਨਕਾਇਣ ਮਹਾਕਾਵ 1969 ਦੇ ਵਿੱਚ ਹੈ। ਵੱਡਾ ਵੇਲਾ ਛਪੀ ਹੈ ਜਿਹੜੀ ਕਾਵਿ ਸੰਗ੍ਰਹਿ 1958 ਦੇ ਵਿੱਚ ਹੈ, ਅਤੇ ਇਹਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਮਿਲਿਆ ਉਹ 1 ਸਾਲ ਬਾਅਦ 1959 ਦੇ ਵਿੱਚ ਮਿਲਿਆ। ਅੱਗੇ ਦੇਖੋ ਜੀ, ਜੈਮੀਰ ਪੁਸਤਕ ਹੈ ਜਿਹੜੀ, ਇਹਦਾ ਵੀ ਤੁਸੀਂ ਧਿਆਨ ਰੱਖਣਾ। ਜੈਮੀਰ ਹੈ ਜਿਹੜੀ ਉਹ 1968 ਦੇ ਵਿੱਚ ਹੀ ਛਪੀ ਹੈ, 1968 ਦੇ ਵਿੱਚ, ਅਤੇ 1968 ਦੇ ਵਿੱਚ ਹੀ ਇਸ ਜੈਮੀਰ ਪੁਸਤਕ ਨੂੰ ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਮਿਲਿਆ ਹੈ। ਸੋਵੀਅਤ ਲੈਂਡ ਨਹਿਰੂ ਪੁਰਸਕਾਰ ਵੀ ਕਿਤੇ ਕਿਤਾਬਾਂ 'ਚ ਲਿਖਿਆ ਹੋਇਆ, ਇੱਕੋ ਹੀ ਗੱਲ ਹੈ। ਸੋਵੀਅਤ ਦੇਸ਼ ਨਹਿਰੂ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਦੋਨੋਂ ਇੱਕੋ ਹੀ ਨਾਮ ਹੈ। ਠੀਕ ਹੈ ਜੀ, ਇਹ ਗੱਲ ਤੁਸੀਂ ਦੋ ਚੀਜ਼ਾਂ ਇੱਥੇ ਧਿਆਨ ਦੇ ਵਿੱਚ ਰੱਖਣੀ, ਇੱਥੋਂ ਪ੍ਰਸ਼ਨ ਜ਼ਰੂਰ ਆਊਗਾ, ਤੁਸੀਂ ਦੇਖ ਲਿਓ। ਚਾਹੇ ਵੱਡਾ ਵੇਲਾ ਛਪੀ 1958 ਦੇ ਵਿੱਚ ਹੈ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 1 ਸਾਲ ਬਾਅਦ ਮਿਲਿਆ। ਜੈਮੀਰ 1968 ਦੇ ਵਿੱਚ ਹੀ ਛਪੀ ਹੈ, ਜੈਮੀਰ ਕਾਵਿ ਸੰਗ੍ਰਹਿ, ਅਤੇ ਜੈਮੀਰ ਕਾਵਿ ਸੰਗ੍ਰਹਿ ਨੂੰ 1968 ਦੇ ਵਿੱਚ ਹੀ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ 1968 ਦੇ ਵਿੱਚ ਹੀ ਇਸ ਨੂੰ ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਇਸ ਦੇ ਵਿੱਚ ਕੀ ਹੈ? ਰੋਮਾਂਚਕ ਰੋਮਾਂਸਵਾਦੀ ਕਵੀ ਹੈ, ਪ੍ਰਗਤੀਸ਼ੀਲਤਾ ਪ੍ਰਗਤੀਵਾਦੀ ਕਵੀ ਹੈ, ਪਰੰਪਰਾ ਤੋਂ ਵਿਦਰੋਹੀ ਹੈ, ਅਤੇ ਉਸ ਤੋਂ ਬਾਅਦ ਵੀ ਕਵੀ ਉਸ ਤੋਂ ਬਾਅਦ ਅੱਗੇ ਇੱਕ ਹੋਰ ਸਫ਼ਰ ਤੈਅ ਕਰਦਾ, ਉਹਦੇ ਬਾਰੇ ਆਪਾਂ ਪੂਰੀ ਵਿਚਾਰ ਕਰਾਂਗੇ। ਧਰਤੀ ਦੀ ਖੁਸ਼ਬੂ, ਇਤਿਹਾਸ ਅਤੇ ਮਿਥਿਹਾਸ 1920-21 ਦੇ ਵਿੱਚ ਅਕਾਲੀ ਲਹਿਰ ਜ਼ੋਰਾਂ ਦੇ ਵਿੱਚ ਸੀ। ਕਾਨਫਰੰਸ ਹੋਈ ਹੈ ਜੀ ਅੱਧਵਾਲ ਪਿੰਡ ਦੇ ਵਿੱਚ। ਅੱਧਵਾਲ
ਪਿੰਡ ਦੇ ਵਿੱਚ। ਇਸ ਵਿੱਚ ਮੋਹਨ ਸਿੰਘ ਮਾਹਿਰ ਨਾਂ ਦੇ ਇੱਕ 15-16 ਵਰ੍ਹਿਆਂ ਦੇ ਅਲੂਏ ਮੁੰਡੇ ਨੇ ਪਰੰਪਰਾਗਤ ਰੌਂ ਵਿੱਚ ਇੱਕ ਕਵਿਤਾ ਬੋਲੀ, ਸਾਡਾ ਗੁਰੂ ਤੇ ਗੁਰੂ ਕਾ ਬਾਗ ਸਾਡਾ। ਇਹੀ ਮਾਹਿਰ ਜਿਹੜਾ ਸੀਗਾ, ਮਗਰੋਂ ਇਹਦਾ ਨਾਮ ਪੈ ਗਿਆ ਪ੍ਰੋਫੈਸਰ ਮੋਹਨ ਸਿੰਘ, ਜਿਹਨੇ ਆਪਣਾ ਮਾਸਿਕ ਪੱਤਰ ਕੱਢਿਆ ਸੀਗਾ ਪੰਜ ਦਰਿਆ। 1939 ਦੇ ਵਿੱਚ ਮਾਸਿਕ ਪੱਤਰ ਕੱਢਿਆ ਤੇ 1939 ਦੇ ਵਿੱਚ ਹੀ ਇਹਨੇ ਕੁਸੁੰਬੜਾ ਆਪਣਾ ਕਾਵਿ ਸੰਗ੍ਰਹਿ ਜਿਹੜਾ ਉਹ ਛਪਵਾਇਆ ਸੀਗਾ। ਕਹਿਣ ਦਾ ਮਤਲਬ ਕਿ ਇਹ ਪ੍ਰੋਫੈਸਰ ਪੂਰਨ ਸਿੰਘ ਦਾ ਪੂਰਾ ਨਾਮ ਸੀ ਜਿਹੜਾ ਉਹ ਲਿਖਿਆ ਹੋਇਆ, ਜਿਹਦਾ ਨਾਮ ਸੀ ਮੋਹਨ ਸਿੰਘ ਮਾਹਿਰ। ਇਸ ਨੇ ਕੀ ਤੁਹਾਨੂੰ ਦੱਸਿਆ ਹੀ ਸੀ ਹੈ ਨਾ, ਇਹ ਗੱਲ ਮੈਂ ਨੋਟਸਾਂ ਦੇ ਵਿੱਚ ਵੀ ਦੱਸੀ ਸੀਗੀ, ਸਾਡਾ ਗੁਰੂ ਤੇ ਗੁਰੂ ਕਾ ਬਾਗ ਸਾਡਾ ਜਿਹੜੀ ਕਵਿਤਾ ਇਸ ਨੇ ਬੋਲੀ ਸੀਗੀ। ਪਰ ਇੰਨਾ ਹੀ ਨਹੀਂ ਬੋਲਿਆ ਸੀਗਾ ਵੀ ਪਿੰਡ ਕਿਹੜੇ ਸੀ, ਪਿੰਡ ਦਾ ਨਾਮ ਇੱਥੇ ਐਡ ਕਰ ਲਿਓ, ਅੱਧਵਾਲ ਪਿੰਡ ਦੇ ਵਿੱਚ। ਉਸ ਤੋਂ ਬਾਅਦ ਉਰਦੂ ਫਾਰਸੀ ਦਾ ਭਰਪੂਰ ਗਿਆਨ, ਪਿੰਗਲ ਤੇ ਅਰੂਜ਼ ਛੰਦ ਬਹਿਰਾਂ ਦਾ ਪੂਰਾ ਵਸੀਕਾਰ ਸੀ। ਸ਼ਬਦਾਂ ਦੀ ਉਚਿਤ ਵਰਤੋਂ ਨਾਲ ਚਮਤਕਾਰ ਸਿਰਜਣਾ ਦੀ ਸਮਰੱਥਾ ਉਸ ਦੀ ਕਵਿਤਾ ਦਾ ਪ੍ਰਮੁੱਖ ਗੁਣ ਹੈ। ਇਹ ਤੁਸੀਂ ਧਿਆਨ ਰੱਖਣਾ, ਉਚਿਤ ਸ਼ਬਦ ਚੋਣਾਂ ਦੀ ਵਰਤੋਂ ਕਰਕੇ ਚਮਤਕਾਰ ਸਿਰਜਣਾ, ਕਿਉਂਕਿ ਕਵਿਤਾ ਹੈ ਜਿਹੜੀ ਉਹਦੇ ਵਿੱਚ ਸਧਾਰਨ ਸ਼ਬਦ ਨਹੀਂ ਹੁੰਦੇ, ਸ਼ਬਦਾਂ ਨੂੰ ਚਮਤਕਾਰ ਦੇ ਰੂਪ ਵਿੱਚ ਲਿਆ ਜਾਂਦਾ ਹੈ। ਤਾਂ ਹੀ ਤਾਂ ਸਾਨੂੰ ਕਵਿਤਾ ਪੜ੍ਹਨ ਦਾ ਆਨੰਦ ਹੁੰਦਾ। ਆਨੰਦ ਆਉਣ ਦਾ ਕਾਰਨ ਕੀ ਹੈ? ਕਿਉਂਕਿ ਉਹ ਸਾਨੂੰ ਚਮਤਕਾਰੀ ਲੱਗਣ ਲੱਗ ਦਿੰਦੀ ਹੈ। ਇਹੋ ਚੀਜ਼ ਹੈਰਾਨੀਜਨਕ ਗੱਲ ਕਵਿਤਾ ਦੇ ਵਿੱਚ ਹਮੇਸ਼ਾ ਕਹੀ ਜਾਂਦੀ ਹੈ। ਤੁਸੀਂ ਐਵੇਂ ਸਿੱਧੇ ਮੰਨ ਲਓ ਕਿਸੇ ਨਾਲ ਗੱਲ ਕਰਦੇ ਹੋ, ਤੁਸੀਂ ਹੈਰਾਨੀਜਨਕ ਨਹੀਂ ਕਹਿ ਸਕਦੇ ਕਿਸੇ ਨੂੰ ਗੱਲ, ਪਰ ਜਦੋਂ ਤੁਸੀਂ ਇਸ ਨੂੰ ਕਵਿਤਾ ਦੇ ਰੂਪ ਵਿੱਚ ਆਖੋਗੇ ਤਾਂ ਉਹ ਕੀ ਹੈ, ਉਹਦੇ ਸਿੱਧੀ ਮਤਲਬ ਇੱਕ ਤਰ੍ਹਾਂ ਦੀ ਦਿਲ ਨੂੰ ਛੂਹੇਗੀ। ਕਾਰਨ ਸ਼ਬਦਾਂ ਦੇ ਚਮਤਕਾਰ ਦਾ ਕਰਕੇ। ਕਾਵਿ ਸ਼ੈਲੀ ਦੇ ਵਿੱਚ ਸੰਗੀਤਮਇਤਾ ਦਾ ਗੁਣ ਉਸ ਦੀ ਕਾਵਿ ਰਚਨਾ ਵਿੱਚ ਮਾਖਿਓਂ ਬਣ ਕੇ ਸਮਾਇਆ ਹੋਇਆ ਹੈ। ਮਾਖਿਓਂ ਮਤਲਬ ਸ਼ਹਿਦ ਬਣ ਕੇ। ਪ੍ਰੋਫੈਸਰ ਪੂਰਨ ਸਿੰਘ ਦੀ ਕਾਵਿ ਰਚਨਾ ਵਿੱਚ ਸੰਗੀਤਮਇਤਾ, ਪ੍ਰਗੀਤਕ ਕਾਵਿ ਪ੍ਰੋਫੈਸਰ ਮੋਹਨ ਸਿੰਘ ਲਿਖਦਾ ਹੈ। ਪ੍ਰਗੀਤਕ ਮਤਲਬ ਹੁੰਦਾ ਗੀਤ ਦੇ ਨਾਲ ਸੰਬੰਧਿਤ। ਇਸ ਕਰਕੇ ਗੀਤ ਕਿਹਨੂੰ ਕਹਿ ਦਿੰਦੇ ਆ? ਜਿਸ ਕਵਿਤਾ ਵਿੱਚ, ਜਿਸ ਵੀ ਕੋਈ ਰਚਨਾ ਦੇ ਵਿੱਚ ਸੰਗੀਤ ਹੋਵੇ, ਜਿਸ ਨੂੰ ਸੰਗੀਤ ਦੀ ਪੁੱਠ ਦਿੱਤੀ ਗਈ ਹੋਵੇ, ਉਸ ਨੂੰ ਕਿਹਾ ਜਾਂਦਾ ਸੰਗੀਤਮਈ। ਪ੍ਰਗੀਤਕ ਜਿਸ ਨੂੰ ਕਹਿ ਦਿੰਦੇ ਆ। ਗੀਤਾਂ ਦਾ ਉਸਤਾਦ ਤੇ ਗਜ਼ਲਕਾਰਾਂ ਦਾ ਗਜ਼ਲਕਾਰ ਪ੍ਰੋਫੈਸਰ ਮੋਹਨ ਸਿੰਘ 1978 ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਹਾਂਜੀ, ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਆਲੋਚਨਾਤਮਕ ਵਿਆਖਿਆ ਕਰਾਂਗੇ ਇਸ ਦੀ, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਪ੍ਰੋਫੈਸਰ ਮੋਹਨ ਸਿੰਘ ਦੇ ਨਾਲ ਸੰਬੰਧਿਤ ਪ੍ਰਸ਼ਨ ਹੈ ਜਿਹੜੇ ਉਹ ਕਿਵੇਂ ਆਉਂਦੇ ਆ। ਹਾਂ, ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਸਭ ਤੋਂ ਪਹਿਲਾਂ ਜਿਹੜੀ ਕਵਿਤਾ ਹੈ ਉਹ ਹੈਗੀ ਆ, ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਪ੍ਰੋਫੈਸਰ ਮੋਹਨ ਸਿੰਘ 4 ਨੰਬਰ 'ਤੇ ਸਾਡਾ ਜਿਹੜਾ ਕਵੀ ਦੇ ਰੱਖਿਆ, ਅਤੇ ਜਿਹਦੀ ਸਭ ਤੋਂ ਪਹਿਲੀ ਕਵਿਤਾ ਬੇਟਾ ਜੀ ਹੈਗੀ ਆ, ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਇਹ ਜਿਹੜੀ ਕਵਿਤਾ ਹੈ ਤੁਸੀਂ ਇਸ ਤਰ੍ਹਾਂ ਸਮਝੋ, ਇਹ ਬਹੁਤ ਲੈਂਥੀ ਕਵਿਤਾ ਦੇ ਰੱਖੀ ਹੈ ਨਾ। ਤੁਸੀਂ ਦੇਖੋਗੇ ਵੀ ਇਹਦੇ ਬੰਦ ਬਹੁਤ ਬਣਦੇ ਆ, ਵਿੱਚ ਅਰਥ ਵੀ ਲਿਖੇ ਹੋਏ ਆ। ਕੁਝ ਕੁ ਮੈਂ ਤੁਹਾਨੂੰ ਦੱਸਦਾ ਇਹਦੀ ਆਲੋਚਨਾਤਮਕ ਵਿਆਖਿਆ। ਆਪਾਂ ਸਾਰੀ ਨਹੀਂ ਇਹਨੂੰ ਪੜ੍ਹਨਾ ਗਾ, ਸਾਰੀ ਪੜ੍ਹਨ ਦੇ ਵਿੱਚ ਆਪਾਂ ਨੂੰ ਇਹ ਥੋੜ੍ਹੀ ਜਿਹੀ ਜ਼ਿਆਦਾ ਸਮਾਂ ਨਹੀਂ ਬਰਬਾਦ ਕਰਨਾ। ਸਾਰੀ ਇਹ ਤੁਸੀਂ ਪੜ੍ਹਨੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਹਾਨੂੰ ਇਸ ਦੇ ਸ਼ਬਦ ਹੈ ਜਿਹੜੇ, ਇਸ ਦੀ ਸ਼ਬਦਾਵਲੀ, ਇਹਦੇ ਵਿੱਚ ਲਿਖੇ ਹੋਏ ਜਿਹੜੇ ਕਾਵਿਬੰਦ ਹੈ, ਇਹ ਸਾਰੇ ਤੁਹਾਨੂੰ ਥੋੜ੍ਹੇ ਥੋੜ੍ਹੇ ਯਾਦ ਧਿਆਨ ਰਹਿਣੇ ਚਾਹੀਦੇ ਆ। ਵਿੱਚੋਂ ਹੀ ਮੰਨ ਲਓ ਦੇ ਦੇਵੇ, ਵਿੱਚੋਂ 2-4 ਲਾਈਨਾਂ ਦੇ ਕੇ ਪੁੱਛੇ ਵੀ ਆ ਕਿਹੜੀ ਕਵਿਤਾ ਹੈ, ਤਾਂ ਤੁਸੀਂ ਦੱਸ ਸਕੋ ਵੀ ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਸਾਵੇ ਪੱਤਰ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਇਹ ਜਿਹੜੀ ਕਵਿਤਾ ਹੈ। ਤੁਹਾਨੂੰ ਦੱਸਿਆ ਹੋਇਆ ਵੀ ਜਿਹੜੀ ਕਵਿਤਾ ਕਿਹੜੇ ਕਾਵਿ ਸੰਗ੍ਰਹਿ ਦੇ ਨਾਲ ਲਈ ਗਈ ਆ। ਉਹਦੇ ਵਿੱਚੋਂ 2 ਪ੍ਰਸ਼ਨ ਤੁਹਾਨੂੰ ਪਰਮਾਨੈਂਟ ਪੱਕੇ ਮਿਲਣਗੇ, 2nd ਗ੍ਰੇਡ ਹੋ ਚਾਹੇ 1st ਗ੍ਰੇਡ ਹੋ, ਕੋਈ ਇਸ਼ੂ ਨਹੀਂ। ਹਾਂਜੀ, ਦੇਖਦੇ ਆ ਪ੍ਰੋਫੈਸਰ ਮੋਹਨ ਸਿੰਘ ਦੀ ਹੈ, ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਸੋ ਕਵੀ ਆ ਜਿਹੜਾ ਉਹ ਵਰਤਮਾਨ ਦੇ ਨਾਲੋਂ ਅਸੰਤੁਸ਼ਟ ਹੈ ਕਵੀ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਇਹ ਪ੍ਰੋਫੈਸਰ ਮੋਹਨ ਸਿੰਘ ਆ ਜਦੋਂ ਲਿਖਣ ਲੱਗਾ ਉਦੋਂ ਇਹ ਰੋਮਾਂਸਵਾਦੀ ਕਵੀ ਸੀ। ਔਰ ਰੋਮਾਂਸਵਾਦੀ ਕਵੀ ਉਹ ਹੁੰਦਾ ਜਿਹੜਾ ਆਪਣੇ ਵਰਤਮਾਨ ਤੋਂ ਅਸੰਤੁਸ਼ਟ ਹੋਵੇ। ਵਰਤਮਾਨ ਦੇ ਆਲੇ ਦੁਆਲੇ, ਵਰਤਮਾਨ ਦੇ ਚੌਗਿਰਦੇ, ਵਰਤਮਾਨ ਦੇ ਵਾਤਾਵਰਣ ਤੋਂ ਜਦੋਂ ਇੱਕ ਕਵੀ ਅਸੰਤੁਸ਼ਟ ਹੁੰਦਾ ਤਾਂ ਉਸ ਨੂੰ ਆਪਾਂ ਕਹਿ ਸਕਦੇ ਹਾਂ ਜੀ ਇਹ ਰੋਮਾਂਸਵਾਦੀ ਕਵੀ ਹੈ। ਹੋਰ ਇੱਕ ਸਮਝੋ ਇਸ ਗੱਲ ਨੂੰ, ਠੀਕ ਹੈ, ਵਰਤਮਾਨ ਤੋਂ ਅਸੰਤੁਸ਼ਟ ਤਾਂ ਜੁਝਾਰਵਾਦੀ ਕਵੀ ਵੀ ਹੋ ਸਕਦਾ ਹੈ, ਕਿਉਂਕਿ ਉਸ ਨੂੰ ਵੀ ਤਾਂ ਵਰਤਮਾਨ ਦੀ ਜਿਹੜੀ ਸਰਕਾਰ ਆ ਉਹਦੇ ਕਾਨੂੰਨ ਨਿਯਮ ਚੰਗੇ ਨਹੀਂ ਲੱਗ ਰਹੇ, ਫਿਰ ਉਹ ਜੁਝਾਰਵਾਦੀ ਇੱਕ ਵਿਦਰੋਹੀ ਸੁਰ ਵਾਲੀ ਕਵਿਤਾ ਲਿਖਦਾ। ਪਰ ਇੱਥੇ ਕਿਹੜੇ ਤੋਂ ਆ ਕਿ ਮਤਲਬ ਉਹ ਕਵਿਤਾ ਹੈ ਵੀ ਜਿਹਦੇ ਵਿੱਚ ਕਵੀ ਵਰਤਮਾਨ ਆਲੇ ਦੁਆਲੇ ਤੋਂ ਅਸੰਤੁਸ਼ਟ ਹੈ ਅਤੇ ਪਾਸਟ ਦੇ ਵਿੱਚ ਜਾਣ ਦੀ ਸੋਚ ਰਿਹਾ ਹੈ।
ਵੀ ਅਜਿਹੇ ਇੱਕ ਇਹੋ ਜਿਹੇ ਸੰਸਾਰ ਦੇ ਵਿੱਚ ਪਲਾਇਨ ਕਰਨ ਦੀ ਸੋਚ ਰਿਹਾ, ਵਰਤਮਾਨ ਤੋਂ ਅਸੰਤੁਸ਼ਟ ਹੈ। ਇਸ ਕਵਿਤਾ ਦਾ ਭਾਵ ਹੈ ਪਲਾਇਨਵਾਦੀ। ਮੈਂ ਨਹੀਂ ਰਹਿਣਾ ਤੇਰੇ ਗਿਰਾਂ, ਵੀ ਮੈਂ ਨਹੀਂ ਰਹਿਣਾ। ਅਗਰ ਕੋਈ ਜਿੱਦ ਕਰ ਲੇ ਵੀ ਮੈਂ ਇੱਥੇ ਨਹੀਂ ਰਹਿਣਾ, ਇਹਦਾ ਮਤਲਬ ਕੀ ਆ, ਉਹ ਪਲਾਇਨ ਕਰਨ ਦੀ ਸੋਚ ਰਿਹਾ। ਪਲਾਇਨ ਕਹਿੰਦੇ ਆ ਨਾ, ਉਸੇ ਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਾਸਤੇ ਜਿਹੜਾ ਉਚਿਤ ਸ਼ਬਦ ਆ ਉਸ ਨੂੰ ਆਪਾਂ ਪਲਾਇਨ ਸ਼ਬਦ ਦੇ ਨਾਲ ਹੈ ਨਾ ਆਪਾਂ ਸੰਬੋਧਨ ਕਰਦੇ ਹਾਂ। ਇੱਕ ਇਹੋ ਜਿਹੇ ਸੰਸਾਰ ਦੇ ਵਿੱਚ ਜਾਣਾ ਚਾਹੁੰਦਾ ਹੈ ਜੋ ਇੱਕ ਇਹੋ ਜਿਹੇ ਸੰਸਾਰ ਵਿੱਚ ਪਲਾਇਨ ਕਰਨਾ ਚਾਹੁੰਦਾ ਹੈ ਜੋ ਨਿਰੋਲ ਆਦਮ ਹੈ। ਆਦਮ ਸਮਾਜ ਹੁੰਦਾ ਹੈ ਪੁਰਾਣਾ। ਆਦਮ ਹੁੰਦੇ ਆ ਜਿਹੜੇ ਪੁਰਾਣੇ ਬੰਦੇ, ਜਿਨ੍ਹਾਂ ਦੇ ਮਤਲਬ ਕੀ ਆ ਵੀ ਪਿੰਡੇ ਆ ਜਿਹੜੇ ਉਹ ਪੱਤਿਆਂ ਦੇ ਨਾਲ ਢਕੇ ਹੁੰਦੇ ਸੀਗੇ। ਅੱਜ ਕੱਲ੍ਹ ਤਾਂ ਕੱਪੜੇ ਆ ਗਏ ਵੰਨ ਸੁਵੰਨੇ ਪਹਿਨਣ ਨੂੰ, ਤੁਸੀਂ ਵੰਨ ਸੁਵੰਨੀ ਸ਼ਾਪਿੰਗ ਕਰ ਸਕਦੇ ਆ, ਪਰ ਪਹਿਲਾਂ ਸਮਿਆਂ ਦੇ ਵਿੱਚ ਇੱਕੋ ਹੀ ਤਰੀਕਾ ਹੁੰਦਾ ਸੀਗਾ ਵੀ ਮਨੁੱਖ ਆਪਣਾ ਨੰਗੇਜ ਢਕਣ ਵਾਸਤੇ ਕੀ ਕਰਦਾ ਸੀ, ਪੱਤਿਆਂ ਦੀ ਵਰਤੋਂ ਕਰਦਾ ਸੀ। ਅਤੇ ਹੁਣ ਇਹਦੇ ਵਿੱਚ ਤੁਸੀਂ ਸਮਝੋ ਵੀ ਕਵੀ ਹੈ ਜਿਹੜਾ ਪ੍ਰੋਫੈਸਰ ਮੋਹਨ ਸਿੰਘ, ਉਹ ਆਪਾਂ ਨੂੰ ਉੱਥੇ ਲਿਜਾਣਾ ਚਾਹੁੰਦਾ ਹੈ ਵੀ ਜਿੱਥੇ ਮਤਲਬ ਕੀ ਹੈ ਵੀ ਮਨੁੱਖ ਹੈ ਜਿਹੜਾ ਉਹ ਪੱਤਿਆਂ ਦਾ ਇਸਤੇਮਾਲ ਕਰਦਾ ਹੈ। ਮਤਲਬ ਕੀ ਹੈ, ਗੱਲ ਕੀ ਹੈ, ਆਦਮ ਉਸੇ ਨੂੰ ਕਿਹਾ ਜਾਂਦਾ। ਤੁਸੀਂ ਇੱਕ ਉਹ ਜਿਹੜੇ ਮਤਲਬ ਈਸਾਈਆਂ ਦੇ ਨਾਲ ਨਾ ਰਿਲੇਟਡ ਇੱਕ ਕਹਾਣੀ ਜੀ ਆਉਂਦੀ ਹੁੰਦੀ ਹੈ, ਐਡਮ ਅਤੇ ਈਵ ਵਾਲੀ। ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇੰਗਲਿਸ਼ ਪੜ੍ਹੀ ਹੋਵੇ, ਮੈਂ ਇੰਨੀ ਨਹੀਂ ਪੜ੍ਹੀ, ਪਰ ਮੈਨੂੰ ਥੋੜ੍ਹੀ ਬਹੁਤੀ ਇਸ ਗੱਲ ਦਾ ਧਿਆਨ ਹੈ, ਨੌਲੇਜ ਹੈ ਕਿ ਐਡਮ ਅਤੇ ਈਵ ਜਿਨ੍ਹਾਂ ਤੋਂ ਦੁਨੀਆ ਜਿਹੜੀ ਉਹ ਮਤਲਬ ਕੀ ਹੈ ਵੀ ਮੰਨੀ ਜਾਂਦੀ ਆ ਵੀ ਇਹਨਾਂ ਤੋਂ ਸੰਸਾਰ ਹੈ ਜਿਹੜਾ ਉਹ ਪੈਦਾ ਹੋਇਆ। ਇੱਕ ਮਤਲਬ ਕੀ ਹੈ ਮਿਥਿਹਾਸਿਕ ਕਹਾਣੀ, ਉਸ ਐਡਮ ਨੂੰ ਹੌਲੀ ਹੌਲੀ ਆਦਮ ਕਿਹਾ ਜਾਣ ਲੱਗਾ। ਆਦਮ ਆਪਾਂ ਕਹਿ ਦਿੰਦੇ ਜਿਹਨੂੰ ਆਦਮ, ਬਾਬਾ ਆਦਮ ਦੇ ਵੇਲੇ ਦਾ ਜੀ ਫਲਾਨਾ ਬੰਦਾ। ਕਹਿਣ ਦਾ ਮਤਲਬ ਵੀ ਆਦਮ ਸਮਾਜ ਬਹੁਤ ਪੁਰਾਣਾ ਪੀਸ ਹੈ, ਉਹ ਐਂਟਿਕ ਪੀਸ ਹੈ ਕਹਿਣ ਦਾ ਮਤਲਬ। ਹਾਂ ਦੇਖੋ ਜੀ, ਜਿਹੜਾ ਪ੍ਰੋਫੈਸਰ ਮੋਹਨ ਸਿੰਘ ਆ, ਇਸ ਕਵਿਤਾ ਦੇ ਵਿੱਚ ਮੈਂ ਨਹੀਂ ਰਹਿਣਾ ਤੇਰੇ ਗਿਰਾਂ, ਇਸ ਕਵਿਤਾ ਦੇ ਵਿੱਚ ਕੀ ਹੈ ਜੀ, ਉਹ ਵਰਤਮਾਨ ਦੇ ਆਲੇ ਦੁਆਲੇ ਤੋਂ ਅਸੰਤੁਸ਼ਟ ਹੈ ਅਤੇ ਉਹ ਕੀ ਲੋਚਾ ਰੱਖਦਾ, ਕੀ ਇੱਛਾ ਰੱਖਦਾ ਹੈ, ਪਲਾਇਨ ਕਰਨ ਦੀ ਇੱਛਾ ਰੱਖਦਾ ਹੈ। ਤੀਸਰੀ ਗੱਲ, ਪਲਾਇਨ ਕਰਕੇ ਜਾਣਾ ਕਿੱਥੇ ਆ, ਕਹਿੰਦਾ ਆਦਮ ਸਮਾਜ ਦੇ ਵਿੱਚ ਜਾਣਾ, ਉਸ ਸਮਾਜ ਦੇ ਵਿੱਚ ਜਾਣਾ। ਠੀਕ ਹੈ, ਛੱਡ ਦੇ ਚੂੜੇ ਵਾਲੀਏ ਕੁੜੀਏ, ਛੱਡ ਦੇ ਸੋਨੇ ਲੱਦੀਏ ਪਰੀਏ, ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਇਸ ਕਵਿਤਾ ਦਾ ਜਿਹੜਾ ਪਹਿਲਾ ਜਿਹੜਾ ਹੈਗਾ ਟੋਟਾ ਵਤਨ ਪ੍ਰਸਤ ਲਿਖਿਆ ਹੋਇਆ ਹੈ ਸ਼ਬਦ, ਜਿਹਦਾ ਮਤਲਬ ਹੁੰਦਾ ਦੇਸ਼ ਪ੍ਰੇਮ। ਵਤਨ ਪ੍ਰਸਤ। ਨਫਰ ਲਿਖਿਆ ਹੋਇਆ, ਨਫਰ ਦਾ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਇਹ ਫਾਰਸੀ ਦਾ ਸ਼ਬਦ ਹੈ ਨਫਰ। ਨਫਰ ਦਾ ਮਤਲਬ ਹੁੰਦਾ ਦਾਸ ਜਾਂ ਨੌਕਰ। ਇਹ ਸ਼ਬਦ ਦਾ ਤੁਸੀਂ ਲਿਖ ਲੈਣਾ, ਆਪਣੇ ਦਿਮਾਗ ਦੇ ਵਿੱਚ ਵੀ ਲਿਖ ਲਿਓ ਅਤੇ ਆਪਣੀ ਕਾਪੀ ਦੇ ਵਿੱਚ ਵੀ ਲਿਖ ਲਿਓ। ਕਈਆਂ ਦੇ ਨਾਮ ਲਏ ਆ ਇੱਥੇ। ਹਾਂ, ਲੱਖਾਂ ਨਫਰ ਜਾਗਦੇ ਜੀਂਦੇ, ਬਾਦਸ਼ਾਹਾਂ ਦੇ ਸੰਗ ਦਫੀਨੇ, ਈਸਾ ਵਰਗੇ ਸੂਲੀ ਚੜ੍ਹਦੇ। ਈਸਾ ਜਿਹੜਾ ਈਸਾ ਮਸੀਹ, ਯੀਸ਼ੂ ਮਸੀਹ ਆਪਾਂ ਕਹਿ ਦਿੰਦੇ ਹਾਂ ਜਿਹਨੂੰ, ਉਹਨੂੰ ਸੂਲੀ 'ਤੇ ਚੜ੍ਹਾਇਆ ਗਿਆ ਸੀ। ਹਸਨ ਹੁਸੈਨ ਪਿਆਸੇ ਮਰਦੇ, ਜਿਹੜਾ ਮੁਹੰਮਦ ਸਾਹਿਬ ਸੀ ਇਸਲਾਮ ਧਰਮ ਦਾ ਬਾਨੀ, ਉਹਦੇ ਦੋਤੇ ਸੀਗੇ ਹਸਨ ਅਤੇ ਹੁਸੈਨ। ਆਪਾਂ ਸਾਡੇ ਸੂਫੀ ਕਾਵ ਦੇ ਵਿੱਚ ਵੀ ਪੜ੍ਹਿਆ ਸੀਗਾ, ਉਹਦੇ ਦੋਤੇ ਸੀਗੇ ਹਸਨ ਅਤੇ ਹੁਸੈਨ। ਕਰਬਲਾ ਦੀ ਜੰਗ ਵਿੱਚ ਉਹ ਦੋਨੋਂ ਸ਼ਹੀਦ ਹੋਏ ਸੀਗੇ ਪਾਣੀ ਦੇ ਕਾਰਨ ਪਿਆਸੇ। ਨਾਨਕ ਵਰਗੇ ਚੱਕੀਆਂ ਪੀਂਦੇ, ਤੁਹਾਨੂੰ ਪਤਾ ਹੀ ਹੈ ਵੀ ਜਦੋਂ ਬਾਬਰ ਨੇ ਉਹ ਜਿਹੜਾ ਅਹਿਮਨਾਬਾਦ ਜਿਹੜਾ ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਜਦੋਂ ਭਾਈ ਲਾਲੋ ਦੇ ਘਰੇ ਠਹਿਰੇ ਹੋਏ ਸੀ, ਉਦੋਂ ਉਸ ਅਹਿਮਨਾਬਾਦ 'ਤੇ ਬਾਦਸ਼ਾਹ ਬਾਬਰ ਨੇ ਹਮਲਾ ਜਦੋਂ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ, ਬਾਬਰ ਨੂੰ ਜ਼ਾਲਮ ਕਿਹਾ ਸੀਗਾ। ਜ਼ਾਲਮ ਕਹਿ ਕੇ ਜਦੋਂ ਉਸ ਨੂੰ ਵੰਗਾਰਿਆ ਤਾਂ ਉਦੋਂ ਬਾਬਰ ਨੇ ਕੀ ਕੀਤਾ ਸੀਗਾ, ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਦੇ ਵਿੱਚ ਸੁੱਟਵਾਤਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚੱਕੀ ਪੀਸੀ ਸੀ। ਰਾਮ ਜਿਹੇ ਬਨਵਾਸੀ ਥੀਂਦੇ। ਰਾਮ ਤੁਹਾਨੂੰ ਪਤਾ ਹੀ ਹੈ ਅਯੋਧਿਆ ਦਾ ਜਿਹੜਾ ਰਾਜਾ ਰਾਮਚੰਦਰ, ਉਸ ਨੂੰ ਬਨਵਾਸ ਹੋ ਗਿਆ ਸੀ ਵੀ ਇਹੋ ਇਸ ਦੁਨੀਆ 'ਤੇ ਕਹਿੰਦਾ ਮੈਂ ਕੀ ਰਹਿਣਾ, ਜਿੱਥੇ ਈਸਾ ਵਰਗਿਆਂ ਨੂੰ ਸੂਲੀ ਚੜ੍ਹਾਤਾ, ਹਸਨ ਹੁਸੈਨ ਵਰਗੇ ਪਿਆਸੇ ਮਰ ਗਏ, ਗੁਰੂ ਨਾਨਕ ਵਰਗੇ ਚੱਕੀਆਂ ਪੀਂਦੇ ਰਹੇ ਅਤੇ ਰਾਮ ਵਰਗੇ ਬਨਵਾਸ ਨੂੰ ਤੁਰ ਗਏ। ਇਹੋ ਜਿਹੇ ਦੁਨੀਆ ਦੇ ਵਿੱਚ, ਇਹੋ ਜਿਹੇ ਸੰਸਾਰ ਦੇ ਵਿੱਚ ਮੈਂ ਨਹੀਂ ਰਹਿਣਾ। ਅੱਗੇ ਦੇਖੋ, ਬਹਿ ਨਾ ਐਵੇਂ ਬਣ ਬਣ ਵਹੁਟੀ, ਤੂੰ ਤਾਂ ਕੁੜੀਏ ਨੌ ਨੌ ਖੋਟੀ, ਤੇਰੀਆਂ ਲੂਣਾ ਵਰਗੀਆਂ ਅੱਖਾਂ, ਪੂਰਨ ਭਗਤ ਦਿਲਾਂ ਦੇ ਲੱਖਾਂ, ਠੱਡੀ ਦੇ ਖੂਹ ਅੰਦਰ ਪਾਏ, ਨਾਲ ਤਸੀਹਾਂ ਦੇ ਤੜਫਾਏ, ਲਾ ਨਾ ਵਾਧੂ ਲੱਪੇ ਲਾਰੇ, ਫੰਦ ਤੇਰੇ ਮੈਂ ਜਾਣਾ ਸਾਰੇ। ਫੰਦ ਹੁੰਦੇ ਆ ਟਰੈਪ, ਜਾਲ ਨੂੰ ਕਹਿੰਦੇ ਆ ਫੰਦ। ਹੁਣ ਇੱਥੇ ਲੂਣਾ ਦਾ ਨਾਮ ਵੀ ਲਿਆ ਆ ਅਤੇ ਪੂਰਨ ਭਗਤ ਦਾ ਵੀ। ਲੂਣਾ ਜਿਹੜੀ ਉਹ ਪੂਰਨ ਭਗਤ ਦੀ ਮਤਰੇਈ ਮਾਂ ਸੀ। ਸੋ ਇਹ ਥੋੜ੍ਹੀਆਂ ਜਿਹੀਆਂ ਧਿਆਨ ਰੱਖਣਾ। ਇੱਕ ਦੇਖ ਲਓ, ਆ ਖਾਖੋ ਵਾੜੇ ਹੁੰਦੇ ਆ ਝਗੜੇ। ਸਬੂਰੀ ਤਾਂ ਤੁਹਾਨੂੰ ਪਤਾ ਹੀ ਹੈ, ਸਬਰ, ਸੰਤੋਖ ਰੱਖਣਾ, ਸਬਰ। ਅਤੇ ਮੁਥਾਜੀ, ਮੁਥਾਜ ਹੋਣਾ, ਕਿਸੇ ਦਾ ਗੁਲਾਮ ਹੋਣਾ, ਕਿਸੇ ਦੀ ਦਾਸਤਾ ਸਹਿਨ ਕਰਨੀ, ਉਸ ਨੂੰ ਕਿਹਾ ਜਾਂਦਾ ਮੁਥਾਜੀ। ਜਿਹੜੀਆਂ ਮੇਨ ਗੱਲਾਂ ਸੀ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਆਲੋਚਨਾਤਮਕ ਵਿਆਖਿਆ ਦੇ ਵਿੱਚ। ਹਾਂ,
ਅੱਗੇ ਆਪਾਂ ਦੇਖਦੇ ਹਾਂ ਕਿ ਇਸ ਕਵਿਤਾ ਦੇ ਵਿੱਚ ਹੋਰ ਅਗਰ ਕੁਝ ਦੇਖਿਆ ਤਾਂ ਆਪਣੇ ਵਾਸਤੇ ਕੁਝ ਬਚੇ। ਹਾਂਜੀ, ਮੈਂ ਨਹੀਂ ਰਹਿਣਾ ਤੇਰੇ ਗਿਰਾਂ, ਸਾਵੇ ਪੱਤਰ ਦੇ ਵਿੱਚੋਂ ਲਈ ਗਈ ਹੈ ਇਹ ਕਵਿਤਾ। ਕਾਵ ਸੰਗ੍ਰਹਿ ਦਾ ਸਾਡੇ ਦਾ ਨਾਮ ਹੈ ਸਾਵੇ ਪੱਤਰ, ਜ਼ਰੂਰ ਧਿਆਨ ਦੇ ਵਿੱਚ ਰੱਖਣਾ ਇਹਨੂੰ। ਸਾਵੇ ਪੱਤਰ, ਹਾਂਜੀ ਹਾਂ ਠੀਕ ਹੈ, ਬਸ ਓਕੇ। ਇਹਨੂੰ ਤੁਸੀਂ ਪੜ੍ਹਨਾ ਪ੍ਰੋਪਰ ਤਰੀਕੇ ਨਾਲ। ਬਾਕੀ ਇਹਦੇ ਸਾਰੇ ਦੇ ਮੈਂ ਤੁਹਾਨੂੰ ਵਾਰੀ ਕਹਿਣਾ ਹੁੰਦਾ ਵੀ ਸਾਰੀ ਦੇ ਅਰਥ ਦੱਸਣ ਦੀ ਲੋੜ ਨਹੀਂ ਹੁੰਦੀ, ਜਿਹੜੇ ਮੇਨ ਅਰਥ ਸੀਗੇ ਉਹ ਮੈਂ ਪਹਿਲਾਂ ਹੀ ਕੱਢ ਲਏ ਸੀਗੇ। ਮੈਂ ਕਿਹਾ ਤੁਹਾਨੂੰ ਆਹੀ ਦੱਸਣੇ ਆ ਅਤੇ ਇਹਦੇ ਵਿੱਚੋਂ ਹੀ ਪ੍ਰਸ਼ਨ ਤੁਹਾਡਾ ਇਹ ਆ ਜਾਣਾ। ਇਹ ਜਿਹੜੀ ਹੈਗੀ ਹੈ ਕਵਿਤਾ, ਉਹਦੇ ਵਿੱਚੋਂ ਅਗਲੀ ਕਵਿਤਾ ਹੈਗੀ ਅੱਧ ਵਾਟੇ। ਅੱਧ ਵਾਟੇ ਮਤਲਬ ਹੁੰਦਾ ਅੱਧੀ ਵਾਟ। ਅੱਧੀ ਵਾਟ ਨਾ ਪੂਰੀ ਅਤੇ ਨਾ ਮਤਲਬ ਖਤਮ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੱਧੀ ਵਾਟੇ, ਅੱਧਾ ਰਸਤਾ। ਕੀ ਹੋਇਆ ਜੇ ਪਿਆਰ ਮੇਰਾ ਅੱਧ ਵਾਟੇ, ਤੁਰ ਤੁਰ ਗਿੱਟੀਆਂ ਲੰਗੀਆਂ ਹੋਈਆਂ ਪੈਰ ਜੁਗਾਂ ਦੇ ਪਾਟੇ, ਘੁੰਮ ਘੁਮਾ ਕੇ ਅੰਬਰ ਥੱਕੇ ਰਾਤ ਦੇਹੋਂ ਨੇ ਅੱਕੇ, ਤੁਰ ਤੁਰ ਖਲ ਖਲ ਲੱਖਾਂ ਤਾਰੇ ਟੁੱਟ ਗਏ ਅੰਤ ਵਿਚਾਰੇ। ਅੱਧ ਵਾਟੇ। ਅੰਬ ਗਏ ਪਰਬਤ ਦੇ ਪਾਸੇ, ਜੰਗਲ ਖੜੇ ਉਦਾਸੇ, ਗੂੜ ਸਮਾਧੀ ਦੇ ਵਿੱਚ ਬਹਿ ਇੱਕ ਟੰਗ ਖੜਿਆ ਰਹਿ, ਸਾਗਰ ਨੇ ਕਈ ਟਾਪੂ ਤਰੂਏ, ਧਰਤੀ ਨੇ ਕਈ ਝੀਲਾਂ, ਕੀੜਿयों ਬ੍ਰਹਿਮੰਡ ਤੀਕਰ ਗਰਸਿਆ, ਜੰਮਣ ਮਰਨ ਦੀਆਂ ਪੀੜਾਂ, ਸੌ ਆਦਮ ਦਾ ਪੁੱਤ ਹਾਰਿਆ, ਸੂ ਧੀ ਆਦਮ ਦੀ, ਸੋਚ ਕੇ ਦੋਵੇਂ ਹਾਰੇ, ਬਿਨ ਸੋਚੋਂ ਵੀ ਮਾਰੇ, ਵਗ ਮੰਦੀ ਪਈ ਅਹਿੰਸਾ, ਵੀਟ ਕੇ ਹਿੰਸਾ, ਬੇਸਮਝੀ ਦਾ ਉਵੇਂ ਹਨੇਰਾ, ਨਜ਼ਰ ਨਾ ਆਏ ਸਵੇਰਾ, ਸੋਚ ਖੜੀ ਅੱਧ ਵਾਟੇ, ਧਰਮ ਖੜਾ ਅੱਧ ਵਾਟੇ, ਅਧਰਮ ਖੜਾ ਅੱਧ ਵਾਟੇ, ਕੀ ਹੋਇਆ ਜੇ ਪਿਆਰ ਮੇਰਾ ਅੱਧ ਵਾਟੇ। ਉਹ ਕਹਿੰਦਾ ਵੀ ਸੋਚ ਸਾਡੀ ਉਹ ਵੀ ਅੱਧੀ ਵਾਟ 'ਚ ਖੜੀ ਆ, ਸਾਡਾ ਧਰਮ ਅਧਰਮ ਇਹ ਸਾਰੀਆਂ ਚੀਜ਼ਾਂ ਅੱਧੀ ਵਾਟ 'ਚ ਖੜੀਆਂ, ਤਾਂ ਕਿੱਡੀ ਕੁ ਲੋੜਾ ਪੈ ਗਿਆ ਵੀ ਜਿਹੜਾ ਮੇਰਾ ਪਿਆਰ ਹੈ ਜਿਹੜਾ ਉਹ ਜੇ ਅੱਧ ਵਾਟੇ ਆ। ਤਾਂ ਕਵੀ ਹੈ ਜਿਹੜਾ ਉਹ ਅਸਫਲਤਾ, ਅਪੂਰਨਤਾ, ਪਿਆਰ ਦੇ ਵਿੱਚ ਅਸਫਲ ਹੋ ਗਿਆ ਅਤੇ ਪਿਆਰ ਉਹਦਾ ਅਪੂਰਨ ਹੈ, ਅਧੂਰਾ ਹੈ, ਅਤੇ ਉਸ ਵਿਸ਼ਾਦ ਨੂੰ ਉਹ ਦਰਸਾ ਰਿਹਾ ਹੈ ਕਵਿਤਾ ਅੱਧ ਵਾਟੇ ਦੇ ਵਿੱਚ। ਅੱਧ ਵਾਟੇ ਕਵਿਤਾ ਹੈ ਜਿਹੜੀ ਉਹ ਅੱਧ ਵਾਟੇ ਕਾਵ ਸੰਗ੍ਰਹਿ 'ਚ ਲਈ ਗਈ ਹੈ। ਲਓ ਜੀ, ਆਹ ਤਾਂ ਬੜਾ ਸੌਖਾ ਹੋ ਗਿਆ ਚੇਤੇ ਰੱਖਣਾ ਵੀ ਅੱਧ ਵਾਟੇ ਕਵਿਤਾ ਅੱਧ ਵਾਟੇ ਕਾਵ ਸੰਗ੍ਰਹਿ 'ਚ ਲਈ ਗਈ ਹੈ। ਪਿਆਰ ਦੇ ਵਿੱਚ ਅਸਫਲ ਹੋ ਗਿਆ ਕਵੀ, ਅਤੇ ਕਵੀ ਨੇ ਕੀ ਕੀਤਾ, ਆਪਣੀ ਨਸ ਕੱਟਣ ਦੀ ਬਜਾਏ ਕਵਿਤਾ ਲਿਖਣੀ ਉਹਨੂੰ ਜ਼ਿਆਦਾ ਪਸੰਦ ਆਈ। ਸੋ ਕਵੀ ਨੇ ਕੀ ਕੀਤਾ ਇੱਥੇ, ਅਸਫਲਤਾ ਉਸ ਆਪਣੇ ਪਿਆਰ ਦੀ ਅਪੂਰਨਤਾ ਨੂੰ ਅਤੇ ਵਿਸ਼ਾਦ ਨੂੰ ਇਸ ਕਵਿਤਾ ਦੇ ਵਿੱਚ ਦਰਸਾਇਆ। ਆਦਰਸ਼ਵਾਦੀ ਅਤੇ ਸਮਝੌਤੇਬਾਜ਼ੀ ਦੇ ਭਾਵਾਂ ਨੂੰ ਪ੍ਰਗਟ ਕੀਤਾ ਹੈ। ਮਤਲਬ ਕੀ ਹੈ ਕਿ ਉਹ ਸਮਝੌਤਾ ਕਰ ਗਿਆ ਇਸ ਚੀਜ਼ ਦੇ ਨਾਲ ਵੀ ਕੀ ਹੋਇਆ ਵੀ ਜਿਹੜਾ ਮੇਰਾ ਮੁਹੱਬਤ ਹੈ, ਜਿਹੜੇ ਮੇਰਾ ਪਿਆਰ ਹੈ, ਉਹ ਜੇ ਅੱਧ ਵਾਟੇ ਆ, ਉਹ ਸਿਰੇ ਨਹੀਂ ਚੜ੍ਹਿਆ, ਨੇਪਰੇ ਨਹੀਂ ਚੜ੍ਹਿਆ, ਤਾਂ ਕੋਈ ਗੱਲ ਨਹੀਂ, ਉਸ ਨਾਲ ਸਮਝੌਤਾ ਹੈ। ਉਸ ਨੂੰ ਕਿਹਾ ਜਾਂਦਾ ਆਦਰਸ਼ਵਾਦੀ ਸਿਧਾਂਤ। ਆਦਰਸ਼ਵਾਦ ਹੈ ਜਿਹੜਾ, ਇਹ ਸ਼ਬਦ ਤੁਹਾਨੂੰ ਤੰਗ ਕਰੇਗਾ ਜਦੋਂ ਤੁਸੀਂ ਨਾਨਕ ਸਿੰਘ ਨਾਵਲਕਾਰ ਨੂੰ ਪੜ੍ਹੋਗੇ, ਕਿਉਂਕਿ ਨਾਨਕ ਸਿੰਘ ਨਾਵਲਕਾਰ ਦੇ ਜਿਹੜੇ ਪਾਤਰ ਆ ਉਹ ਆਦਰਸ਼ਵਾਦੀ ਪਾਤਰ ਹੈ ਵੀ, ਜਿਹਦੇ ਵਿੱਚ ਉਹ ਤੁਸੀਂ ਆਪਾਂ ਜਦੋਂ ਚਿੱਟਾ ਲਹੂ ਪੜ੍ਹੋਗੇ, ਜਿਹੜਾ ਚਿੱਟਾ ਲਹੂ ਹੀ ਹੈ ਨਾ ਆਪਣੇ ਲੱਗਿਆ ਜਿਹੜਾ ਨਾਵਲ, ਤਾਂ ਉਹਦੇ ਵਿੱਚ ਕੀ ਹੈ, ਹਾਂ ਆਹ ਹੀ ਲੱਗਿਆ ਹੋਇਆ, ਉਹਦੇ ਵਿੱਚ ਕੀ ਹੈ ਵੀ ਤੁਸੀਂ ਦੇਖੋਗੇ ਕਿ ਉਹ ਜਿਹੜਾ ਕੇਦਾਰ ਨਾਮ ਦਾ ਜਿਹੜਾ ਪਾਤਰ ਹੈ, ਕੇਦਾਰ ਨਾਮ ਦਾ ਪਾਤਰ ਹੈ ਜਿਹੜਾ, ਉਹ ਵਰਕਰ ਨਹੀਂ, ਉਹ ਚਿੱਟਾ ਲਹੂ ਨਹੀਂ, ਸੌਰੀ, ਪਵਿੱਤਰ ਪਾਪੀ। ਮੈਂ ਹੁਣੇ ਬੀਏ ਵਾਲੀਆਂ ਲਿਸਟ ਦੇਖ ਲਈ। ਪਵਿੱਤਰ ਪਾਪੀ ਹੈ ਜਿਹੜਾ, ਚਿੱਟਾ ਲਹੂ ਨਹੀਂ। ਚਿੱਟਾ ਲਹੂ ਨਾਵਲ ਜ਼ਰੂਰ ਨਾਨਕ ਸਿੰਘ ਦਾ, ਪਰ ਪਵਿੱਤਰ ਪਾਪੀ ਨਾਵਲ ਦੀ ਮੈਂ ਗੱਲ ਕਰ ਰਿਹਾ ਜਿਹੜਾ ਆਪਣੇ ਬੀਏ ਦੇ ਵਿੱਚ ਲੱਗਿਆ ਹੋਇਆ। ਉਹਦੇ ਵਿੱਚ ਉਹ ਕੇਦਾਰ ਨਾਮ ਦਾ ਪਾਤਰ ਹੈ ਜਿਹੜਾ, ਉਹ ਮਤਲਬ ਵੀਣਾ ਜਿਹੜੀ ਉਸ ਨੂੰ ਹੈ ਨਾ ਪਿਆਰ ਕਰਦਾ ਹੈ, ਅਤੇ ਉਹਦਾ ਜਿਹੜਾ ਵਿਆਹ ਕਿਤੇ ਹੋਰ ਤੈਅ ਹੁੰਦਾ ਜਾਂ ਕਿਵੇਂ ਵੀ ਹੈ ਨਾ, ਆਪਣੇ ਪਿਆਰ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਜੇਕਰ ਨਹੀਂ ਕਰ ਸਕਦਾ। ਪੂਰੀ ਕਹਾਣੀ ਦੀ ਗੱਲ ਕਰੂੰਗਾ, ਪੂਰੇ ਨਾਵਲ ਦੀ ਉਹਦੇ ਵਿੱਚ ਪ੍ਰੋਪਰ ਉਹਦੀ ਆਪਾਂ ਆਲੋਚਨਾਤਮਕ ਵਿਆਖਿਆ ਕਰਾਂਗੇ। ਫਿਲਹਾਲ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਦਾ। ਪਵਿੱਤਰ ਪਾਪੀ ਨਾਵਲ ਦੀ ਗੱਲ ਕਰ ਰਿਹਾ ਮੈਂ। ਆਦਰਸ਼ਵਾਦੀ ਕਿਵੇਂ ਆ, ਫਿਰ ਉਹ ਅੰਤ ਦੇ ਵਿੱਚ ਸੋਚਦਾ ਕਿ
मैं इस दुनिया तो खैड़ा छडवा लवां भी इस तो पहला कि मतलब कि मैं कुछ उन्होंने कहां जाके कह बैठा तो वो अपने आप को बहुत सारिया मतलब अंत दे विच नशा सिगरट वगैरह बहुत सारिया पींदा ते अंत दे विच उन्होंने मरदे नूं दिखाया। तो यह जिहड़ा इहनूं कहा जाता आदर्शवादी स्थिति। आदर्शवाद है भी वो मतलब की है भी वो अपने प्यार नूं पाउण वास्ते कोई गलत कदम नहीं चक रहा, ओह भी वो मतलब की है भी वो निंजा तकनीक का सहारा नहीं लै रहा। कहना की कहण का मतलब की है भी वो की कहंदा वो निंजा जिहड़ा की कहंदा कलाकार भी जट जट्टां वाली करके विखाऊगा जे तैनूं किते होर मंगिया। हासे नाल गल करदा तुहाडे नाल जस्ट मजाक कर रहे हैं जो तुसीं कहो भी सर देख लो आह कुछ एवें करते रहिंदे एवें दा कुछ नहीं गा। मतलब कि तुहानूं दसदा है ये आदर्शवादी स्थिति नहीं गी। आदर्शवादी स्थिति वो है कि ठीक है कोई गल नहीं भी जे मान लो प्यार अपना नेपरे नहीं चढ़िया तो कोई दिक्कत नहीं। प्रोफैसर मोहन सिंह दे नाल भी यही होया, उहदा प्यार है जिहड़ा वो अध वाटे है। क्यों? क्योंकि बसंत नाम की मटियार दे नाल विआह हुंदा है ते वो बसंत है जिहड़ी उसकी डैथ हो जाती है। फिर वो दसदा है भी की होया भी उस स्थिति नूं वो की करदा है कि समझौता कर लैंदा ते उस समझौते के रूप में कविता लिखदा है। आदर्शवादी सिद्धांत वाली कविता है, समझौतेवादी कविता है जिहदे विच कवि ने अपने प्यार की असफलता अपूर्णता ते विषाद नूं दर्शाया है। बस इन्नी गल ही है, बाकी कुछ नहीं गा, बाकी पढ़ने वाला कुछ नहीं गा। इहदे विच जिहड़ी गल सी तुहानूं मैं दस चुकिया, तुहाडे सामने मैं कविता बोल भी दित्ती है ते इन्नी गल ही है भी इहनूं बस तुसीं पढ़ना जिहड़ा वो पढ़ लिओ एक बारी फिर इसनूं। अगली है जिहड़ी वो हैगी आ ताज महल, बहुत प्रसिद्ध कविता है प्रोफैसर मोहन सिंह दी। अगर मैं सब तो ज़्यादा प्रसिद्ध कविता कहां तो यही है ताज महल। ताज महल के उपर लिखी गई है कविता ते जिहदे विच अपने मार्क्सवादी नज़रिए तो कवि ने मजदूर श्रेणी के उपर हो रहे अत्याचार नूं दर्शाया। इहदियां दो मतलब तरीके दसे है इस कविता जिहड़ी ये हैगी है। इहदे विच दो अवस्थावां की गल कीती है। सब तो पहली अचेतन अवस्था है, दूसरी हैगी चेतन अवस्था। अचेतन अर्ध चेतन अवस्था तुहानूं पता ही है, सिगमंड फ्राइड के सिद्धांत है। हाँ ये देखते हैं आप मनोविश्लेषणवाद जिन्होंने आप कह दें। सो पहले तो तुहानूं लगूगा भी बड़ा मतलब शानदार तरीके नाल ताज महल की प्रशंसा की है। ताज महल नूं बनाउण वालियां दी मतलब कारीगर आ जिहड़े मुगल कारीगर उन्हां दी बड़ी प्रशंसा की है, बड़े सोहले गाए उन्होंने। तो एकदम दृश्य बदलता है, अचेतन तो एकदम चेतन की अवस्था दे विच आउंदा है। पहले दे विच रोमांसवादी है तो दूसरी अगली है जिहड़ी उहदे विच प्रगतिवादी कविता है। जिहड़ी रोमांसवादी का मतलब कि भी बड़ी सिफत की है बड़े शानदार तरीके नाल। सुनो पहला ताज महल कविता नूं, है लेंथी है, लंबी चौड़ी कविता है, सारे दे विच ही आपां इहदे जावांगे, इहदे विचों प्रश्न जरूर आउंदा हुंदा है। ताज महल दुध चिट्टियां रंगदार मरमरा। ताज महल दे विच संगमरमर वाला पत्थर है जिहड़ा वो दुध चिट्टा दे गल घत के बाही सोहल पतलियां चन्न दियां रिश्मा रेज किरणा जिन्होंने आप कह दें सुतियां बेपरवाही। चन्न दियां किस्मां जिहड़ियां उस दे दुध चिट्टे संगमरमर के आले दुआले एक जफी पा के घेरा पा के सुतियां होईयां। प्रकृति की अवस्था नूं दसिया कवि ने, तो एक मतलब की है भी उस ताज महल की प्रशंसा उहदे संगमरमर की। अगे बिरछां बूटियां दे परछावें नशियां नाल गड़ूंदे नशियां दे नाल भरे होए। अगे घाह दे सोहल सीनिया उत्ते स्वाद हो उंगे। लग टाणा गल वड़ा सुतियां मतलब की है भी वेलां उपर चढ़ियां होईयां। गल वेलां गल कलियां गल कंधा सुतियां नींद वलेवें वालियां। सात सुते जमुना दे कंढे। ताज महल किहड़ी नदी दे कंढे ते आ? जमुना दे कंढे ते। हरे भरे अत सावें नींद वगुती जल धारा नूं बन्नी विच कलावे। सुते पानियां दे विच सुता ताज महल दा साया दींदा पानी दे विच थल्ले। जानो जमुना हरन वास्ते बुक्कल विच लुकाया। ऐ पर दूर सागरां वन्नी नसण जदों ओ लगी नींद टूणियां दे जंतर विच टोर उस दी बज्जी। हुण इहदे विच की है मार्क्सवादी नज़रिए तो कवि हजे मार्क्सवादी नज़रिया नहीं आया, अजे कवि है जिहड़ा सिर्फ उसकी प्रशंसा कर रहा। जमुना नदी की उन्हें गल की है। जमुना नदी दे विच मतलब कि वो जिहड़ा पानी है पानी दे विच उसकी परछाई दिसदी है। जिवें हरमंदर साहिब तुसीं अमृतसर जाओ तो जिहड़ा बनया होया सोने की जिहड़ी वो इमारत बनी हुई है, उहदी थल्ले सरोवर दे विच जिहड़ी बड़ी शानदार तस्वीर है जिहड़ी नज़र आउंदी है उवें।
ਸੁੱਤੇ ਇਸ ਚੌਗਿਰਦੇ ਅੰਦਰ ਮੈਂ ਇਕੱਲਾ ਇੱਕ ਜਾਗਾ। ਕਵੀ ਕਹਿੰਦਾ ਇਸ ਚੌਗਿਰਦੇ ਦੇ ਅੰਦਰ, ਚੌਗਿਰਦੇ ਮਤਲਬ ਚਾਰੋਂ ਪਾਸੇ ਲੋਕ ਸੁੱਤੇ ਹੋਏ, ਮੈਂ ਇਕੱਲਾ ਜਾਗ ਰਿਹਾ। ਜਾਗ ਰਹੀਆਂ ਦੋ ਅੱਖੀਆਂ ਮੇਰੀਆਂ ਚੁੱਪ ਚੁੱਪ ਵਾਂਗ ਚਿਰਾਗਾ। ਗੁੰਬਦ ਦਿਆਂ ਉਭਾਰਾਂ ਉੱਤੇ ਗੁੰਬਦ ਦਿਆਂ ਉਭਾਰਾਂ ਉੱਤੇ ਮੈਂ ਕੀ ਲਿਖ ਰੱਖਿਆ ਹੋਏ, ਮਸਤਾਈਆਂ ਅਲਸਾਈਆਂ। ਗੁੰਬਦ ਜਿਹੜੇ ਬਣੇ ਹੋਏ ਆ ਤਾਜ ਮਹਿਲ ਦੇ, ਉਹਦੇ ਜਿਹੜੇ ਉਭਾਰ ਹੈ ਮਸਤਾਈਆਂ ਅਲਸਾਈਆਂ। ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁੱਝ ਸਵਾਦ ਤਹੀਂ ਆਈਆਂ। ਤੱਕ ਤੱਕ ਕਸਬ, ਕਸਬ ਲਿਖਿਆ ਨਾ, ਕਸਬ ਦਾ ਸ਼ਾਬਦਿਕ ਅਰਥ ਤੁਸੀਂ ਚੇਤੇ ਰੱਖਣਾ। ਕਸਬ ਦਾ ਸ਼ਾਬਦਿਕ ਅਰਥ ਹੁੰਦਾ ਕਲਾ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੁਨਰ ਤੇ ਉਹਨਾਂ ਦੀ ਕਲਾ ਦੇਖ ਦੇਖ ਕੇ ਹੈਰਤ ਵੱਧਦੀ ਜਾਵੇ, ਹੈਰਤ ਹੈਰਾਨੀ। ਸ਼ਾਹਜਹਾਨ ਦੇ ਸੁੱਝ ਸਵਾਦ ਨੂੰ ਲੂਲੂ ਪਿਆਸ ਲਾਵੇ। ਦੇਖੋ ਜੀ, ਇੱਕ ਤਾਂ ਜਮਨਾ ਨਦੀ ਦਾ ਨਾਮ ਲਿਆ, ਇੱਕ ਸ਼ਾਹਜਹਾਨ ਦਾ ਨਾਮ ਵੀ ਲਿਆ। ਮੁਗਲਾਂ ਦੀ ਗੱਲ ਕੀਤੀ ਹੈ। ਕਸਬ, ਕਸਬ ਦਾ ਸ਼ਾਬਦਿਕ ਅਰਥ ਹੁੰਦਾ ਕਲਾ। ਲਓ ਜੀ, ਹੁਣ ਅੱਗੇ ਕੀ ਹੋਇਆ। ਇੱਕਦਮ ਇਹਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ। ਚੀਕਾਂ ਕੂਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਇਹਨਾਂ ਨੂੰ ਕਹਿੰਦਾ ਵੀ ਗੁੰਬਦ ਦਾ ਆਂਡਾ ਟੋਟੇ ਟੋਟੇ ਹੋ ਗਿਆ। ਮੰਨ ਲਓ ਕੀ ਹੈ, ਤੁਸੀਂ ਸੁੱਤੇ ਪਏ ਹੋ, ਇੱਕਦਮ ਖੜਾਕ ਹੋ ਜੇ, ਇੱਕਦਮ ਤੁਸੀਂ ਜਾਗੋਗੇ। ਬਸ ਇਹ ਉਹੀ ਅਵਸਥਾ, ਅਚੇਤਨ ਅਵਸਥਾ ਤੋਂ ਚੇਤਨ ਅਵਸਥਾ ਦੇ ਵਿੱਚ ਇੱਕਦਮ ਕਵੀ ਆਇਆ। ਪਹਿਲਾਂ ਕੀ ਕਰਦਾ ਰਿਹਾ, ਮੁਗਲਾਂ ਦੇ ਹੁਨਰ ਦੀ ਪ੍ਰਸ਼ੰਸਾ ਕਰਦਾ ਰਿਹਾ, ਉਹਨਾਂ ਦੀ ਸਿਫਤ ਕਰਦਾ ਰਿਹਾ। ਹੁਣ ਇੱਕਦਮ ਚੇਤਨ ਅਵਸਥਾ ਦੇ ਵਿੱਚ ਆਓ। ਉਸ ਬੈਕਗਰਾਊਂਡ ਦੇ ਵਿੱਚ ਜਾਣਾ ਤੁਸੀਂ ਜਿਹਦੇ ਵਿੱਚ ਤਾਜ ਮਹਿਲ ਦਾ ਨਿਰਮਾਣ ਹੋ ਰਿਹਾ। ਚੀਕਾਂ ਕੂਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਚੀਕਾਂ ਕੂਕਾਂ ਤੇ ਫਰਿਆਦਾਂ ਕਵੀ ਨੂੰ ਸੁਣ ਰਹੀਆਂ। ਹੜ ਮਜ਼ਦੂਰਨੀਆਂ ਦਾ ਵਗਿਆ ਨਾਲ ਮਜ਼ਦੂਰ ਹਜ਼ਾਰਾਂ। ਚੁੱਕ ਰਹੀਆਂ ਚੁੱਕੀ ਕਈਆਂ ਦੁਰਮਟ ਤੇ ਸੇ ਬੱਜੇ ਵਿੱਚ ਵਗਾਰਾਂ। ਜਿਹੜੇ ਮਜ਼ਦੂਰ ਹੈ, ਜਿਹੜੇ ਮਜ਼ਦੂਰ ਤੇ ਮਜ਼ਦੂਰਨੀਆਂ, ਮਜ਼ਦੂਰਨੀਆਂ, ਮਜ਼ਦੂਰ ਨਹੀਂ ਲਿਖਿਆ ਸ਼ਬਦ ਕਵੀ ਨੇ, ਹਾਂ। ਚੁੱਕ ਰਹੀਆਂ ਦੁਰਮਟ ਤੇ ਸੇ ਬੱਜੇ ਵਿੱਚ ਵਗਾਰਾਂ। ਕੀ ਕਿਹੜੇ ਕਿਹੜੇ ਉਹਨਾਂ ਦੇ ਕੋਲ ਮਤਲਬ ਕੀ ਹੈ, ਸਾਧਨ ਕਿਹੜੇ ਕਿਹੜੇ ਆ। ਕਈ ਹੁੰਦੀ ਆ ਦੁਰਮਟ ਤੇਸੇ, ਇਹ ਸਾਰੇ ਮਤਲਬ ਕੀ ਹੈ, ਇਮਾਰਤ ਦੇ ਵਿੱਚ ਜਦੋਂ ਇਮਾਰਤ ਬਣਾਉਂਦੇ ਆ, ਜਦੋਂ ਨਿਰਮਾਣ ਕਰਦੇ ਆ, ਜਦੋਂ ਤਾਂ ਉਹ ਉਸ ਦੇ ਵਿੱਚ ਕੰਮ ਆਉਣ ਵਾਲੇ ਜਿਹੜੇ ਹੁੰਦੇ ਆ ਸੰਦ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਉਹ ਦੁੱਧੀਆਂ ਨਾਲ ਪਲਮ ਦੇ ਬੱਚੇ ਕੰਮੀ ਰੁੱਝੀਆਂ ਮਾਵਾਂ। ਅੱਖਾਂ ਦੇ ਵਿੱਚ ਛਲਕਣ ਅਥਰੂ ਹਿੱਕਾਂ ਦੇ ਵਿੱਚ ਆਹ। ਉਹ ਜਿਹੜੀਆਂ ਕਰ ਰਹੀਆਂ, ਜਿਹੜੀਆਂ ਮਜ਼ਦੂਰੀ ਵਿਚਾਰੀਆਂ, ਉਹ ਮਾਵਾਂ ਵੀ ਤਾਂ ਹੈ, ਮਾਵਾਂ ਦੇ ਰੂਪ ਵਿੱਚ ਵੀ ਤਾਂ ਹੈ। ਉਹਨਾਂ ਦੇ ਬੱਚੇ ਹੈ ਜਿਹੜੇ, ਉਹ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਹੈ, ਹਿੱਕਾਂ ਦੇ ਵਿੱਚ ਆਹ। ਬੋਕਿਆਂ ਵਰਗੇ ਪੇਟ ਉਹਨਾਂ ਦੇ ਤੁੱਕਿਆਂ ਵਰਗੇ ਘਾਟੇ। ਦੇਖੋ, ਕਮਜ਼ੋਰੀ ਦੀ ਅਵਸਥਾ ਜਦੋਂ ਆਉਂਦੀ ਹੈ ਨਾ ਤਾਂ ਇਸ ਤਰ੍ਹਾਂ ਦੀ ਹੁੰਦੀ ਹੈ। ਤੁਸੀਂ ਦੇਖਿਆ ਨਾ ਕਈ ਵਾਰੀ ਡਿਸਕਵਰੀ ਵਗੈਰਾ ਚੈਨਲ 'ਤੇ ਜਾਂ ਕਿਸੇ ਹੋਰ ਕੋਈ ਮੰਨ ਲਓ ਇਸ ਤਰ੍ਹਾਂ ਦਾ ਚੈਨਲ ਆ ਜਿਹਦੇ ਵਿੱਚ ਉਹ ਲਿਆ ਜਾਂਦਾ ਹੈ ਵੀ ਸਭ ਤੋਂ ਮਤਲਬ ਕੀ ਹੈ ਵੀ ਗਰੀਬ ਦੇਸ਼ ਦੇ ਵਿੱਚ ਕਿਸੇ ਦੇ ਵਿੱਚ ਉੱਥੋਂ ਦੇ ਬੱਚਿਆਂ ਦਾ ਜਿਹੜਾ ਪੋਸ਼ਣ ਕੁਪੋਸ਼ਣ ਵਾਲੀ ਜਿਹੜੀ ਗੱਲ ਜਦੋਂ ਕੀਤੀ ਜਾਂਦੀ ਆ, ਉਦੋਂ ਇਸ ਤਰ੍ਹਾਂ ਦੇ ਵੀ ਦ੍ਰਿਸ਼ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ। ਬੁੱਕਿਆਂ ਵਰਗੇ ਪੇਟ ਉਹਨਾਂ ਦੇ ਤੁੱਕਿਆਂ ਵਰਗੇ ਗਾਟੇ। ਛਾਲੇ ਛਾਲੇ ਹੱਥ ਉਹਨਾਂ ਦੇ ਪੈਰ ਬਿਆਈਆਂ ਪਾਟੇ। ਪੈਰਾਂ ਦੇ ਵਿੱਚ ਅੱਡੀਆਂ ਜਿਹੜੀਆਂ ਉਹਨਾਂ ਦੀਆਂ ਪਾਟੀਆਂ ਹੋਈਆਂ ਕੰਮ ਕਰ ਕਰਕੇ। ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਫਾਂਟਾਂ। ਕੰਮ ਕਰਾਉਣ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਮਾਰਦੇ ਆ ਵੀ ਕੰਮ ਕਰੋ। ਮਾਸੂਮਾਂ ਦੇ ਪਿੰਡਿਆਂ ਉੱਤੇ ਰਾੜੀ ਜਾਣ ਸਲਾਟਾਂ। ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ। ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ। ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ। ਹੁਣ ਇੱਥੇ ਕੀ ਲੋਕੀ ਤਾਂ ਵੇਖਣ ਜਾਂਦੇ ਆ ਤਾਜ ਮਹਿਲ ਨੂੰ ਵੀ ਇਹ ਜੀ ਇੱਕ ਬਾਦਸ਼ਾਹ ਹੋਇਆ ਜੀ ਸ਼ਾਹਜਹਾਂ, ਜਿਹਨੇ ਆਪਣੀ ਘਰਵਾਲੀ ਮੁਮਤਾਜ਼ ਦੀ ਯਾਦ ਵਿੱਚ ਇੱਕ ਤਾਜ ਮਹਿਲ ਬਣਾਇਆ, ਹੈ ਨਾ। ਐਵੇਂ ਹੁੰਦਾ ਹੀ ਆ ਵੀ ਆਪਾਂ ਭੱਜ ਕੇ ਵੇਖਣ ਜਾਂਦੇ ਹਾਂ। ਬੜਾ ਪਿਆਰ ਸੀ ਜੀ ਉਹਨਾਂ ਦਾ, ਬੜਾ ਸੱਚਾ ਪਿਆਰ ਸੀ, ਹੈ ਨਾ। ਅਤੇ ਘਰ ਵਾਲਿਆਂ ਨੂੰ ਮਿਹਣੇ ਮਾਰੀ ਜਾਂਦੀਆਂ ਹੁੰਦੀਆਂ, ਆਹ ਦੇਖ ਲਓ ਤੁਸੀਂ ਵੀ ਬਣਾਓ ਮੇਰੇ ਵਾਸਤੇ। ਅਤੇ ਘਰ ਵਾਲਾ ਅੱਗੋਂ ਕਹੀ ਜਾਂਦਾ ਹੁੰਦਾ ਵੀ ਤੂੰ ਮਰ ਤੇ ਸਹੀ, ਵੀ ਤੇਰੇ ਵਾਸਤੇ ਵੀ ਬਣਾ ਦਾਂਗੇ, ਵੀ ਤੂੰ ਇੱਕ ਵਾਰੀ ਮਰ ਤੇ ਸਹੀ। ਉਹਨੇ ਆ ਮੁਮਤਾਜ਼ ਮਰੀ ਤੇ ਬਾਅਦ ਉਹਦੀ ਯਾਦ 'ਚ ਬਣਾਇਆ ਅਤੇ ਉਹਨੂੰ ਕਹੀ ਜਾਂਦਾ ਰਹਿੰਦਾ ਕਰਦਾ ਵੀ ਤੂੰ ਵੀ ਤਾਂ ਮਰ, ਵੀ ਤੇਰੀ ਯਾਦ ਵਿੱਚ ਵੀ ਇਹੋ ਜਿਹਾ ਤਾਜ ਮਹਿਲ ਬਣਾ ਦਾਂਗੇ ਆਪਾਂ। ਸੋ ਗੱਲ ਕੀ ਹੈ ਵੀ ਆਪਾਂ ਉਸ ਚੀਜ਼ ਨੂੰ, ਸੁੰਦਰਤਾ ਨੂੰ ਜਿਹੜੀ ਵੇਖਦੇ ਹਾਂ, ਪ੍ਰੋਫੈਸਰ ਮੋਹਨ ਸਿੰਘ ਨੇ ਉਹਦੇ 'ਤੇ ਇੱਕ ਕਟਾਕਸ਼ ਵਿਅੰਗ ਕੀਤਾ। ਉਹ ਕੀ ਕਹਿੰਦਾ ਕਿ ਉਹ ਹੁਸਨ ਹੈ ਸੱਚਮੁੱਖ ਜਾਂ ਉਂਝੇ ਹੀ ਛਲਦਾ। ਛਲਣਾ ਹੁੰਦਾ ਕਿਸੇ ਨੂੰ ਠੱਗਣਾ। ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਇਹ ਹੈ ਜਿਹੜਾ ਹੁਸਨ ਆ, ਜਿਹੜਾ ਉਹ ਲੱਖਾਂ ਗਰੀਬ ਅਤੇ ਮਜ਼ਦੂਰਾਂ ਦੇ ਹੰਝੂਆਂ 'ਤੇ ਪਲਿਆ ਹੋਇਆ ਹੁਸਨ ਹੈ। ਅਤੇ ਕੀ ਇਹ ਸੱਚੀ ਹੈ ਜਿਹੜਾ ਇਹ ਮਤਲਬ ਕੀ ਹੈ ਵੀ ਇਹ ਜਿਹੜਾ ਸ਼ੋਸ਼ਕ ਅਤੇ ਜਿਹੜੇ ਸ਼ੋਸ਼ਿਤ ਹੈਗੇ ਆ
ਉਹਨਾਂ ਦੇ ਵਿੱਚ ਵਿਰੋਧ ਹੈ ਜਿਹੜਾ ਉਸ ਨੂੰ ਵਿਅੰਗ ਰੂਪ ਦੇ ਵਿੱਚ ਕਵੀ ਪੇਸ਼ ਕਰ ਰਿਹਾ। ਕਰੁਣਾਮਈ ਸਥਿਤੀ ਹੈ ਜਿਹੜੀ ਮਜ਼ਦੂਰਾਂ ਦੀ, ਸਭ ਤੋਂ ਪਹਿਲਾਂ ਤੇ ਉਹਦਾ ਚਿੱਤਰ ਹੈ ਨਾ, ਕਿੱਥੇ ਕਿੱਥੇ ਸੀਗਾ ਜਿਹੜਾ ਜਿਵੇਂ ਹੜ ਮਜ਼ਦੂਰਨੀਆਂ ਦਾ ਵਗਿਆ, ਦੁੱਧੀਆਂ ਨਾਲ ਪਲਮਦੇ ਬੱਚੇ, ਬੋਕਿਆਂ ਵਰਗੇ ਪੇਟ, ਉਹਨਾਂ ਦੇ ਇਹ ਤਰਾਸਦੀਕ ਅਵਸਥਾ ਨੂੰ ਉਹਨਾਂ ਦੀ ਨੂੰ ਬਿਆਨ ਕੀਤਾ, ਕਰੁਣਾਮਈ ਦਰਦਮਈ ਅਵਸਥਾ ਨੂੰ ਮਜ਼ਦੂਰਾਂ ਦੀ। ਅਤੇ ਅੰਤ ਦੇ ਵਿੱਚ ਜਿਹੜੇ ਹੁੰਦੇ ਆ ਸ਼ੋਸ਼ਕ ਅਤੇ ਸ਼ੋਸ਼ਿਤ, ਸ਼ੋਸ਼ਕ ਤਾਂ ਹੁੰਦੇ ਆ ਸ਼ੋਸ਼ਣ ਕਰਨ ਵਾਲੇ, ਸ਼ੋਸ਼ਿਤ ਹੁੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਵੇ, ਦੋਨੋਂ ਵਰਗੀ ਆ। ਮੁਗਲ ਆ ਜਿਹੜੇ ਉਹ ਹੈਗੇ ਆ ਸ਼ੋਸ਼ਕ, ਸ਼ੋਸ਼ਣ ਕਰਨ ਵਾਲੇ ਆ। ਸ਼ੋਸ਼ਿਤ ਜਿਹੜੇ ਮਜ਼ਦੂਰ ਆ ਜਿਨ੍ਹਾਂ ਨੇ ਇਹ ਤਾਜ ਮਹਿਲ ਬਣਾਇਆ, ਉਹਨਾਂ ਦੇ ਬਾਰੇ ਦੋਨਾਂ ਦਾ ਆਪਸ ਦੇ ਵਿੱਚ ਵਿਰੋਧ ਨੂੰ ਥਾਪ ਕੇ ਅਤੇ ਕਵੀ ਨੇ ਬੜੇ ਵਿਅੰਗ ਦੇ ਨਾਲ, ਕਿਉਂਕਿ ਕਵੀ ਹਮੇਸ਼ਾ ਆਪਣੀ ਗੱਲ ਵਿਅੰਗ ਦੇ ਵਿੱਚ ਕਹਿੰਦਾ ਹੈ, ਵਿਅੰਗ ਦੇ ਵਿੱਚ ਗੱਲ ਕਰਕੇ ਅਤੇ ਬੜੇ ਸ਼ਾਨਦਾਰ ਤਰੀਕੇ ਨਾਲ ਉਹ ਜਿਹੜਾ ਹੁਸਨ ਹੈ ਉਸ ਦੇ ਛਲਣ ਦੀ ਕਿਰਿਆ ਨੂੰ ਦਰਸਾਇਆ। ਇਹ ਜਿਹੜੀ ਕਵਿਤਾ ਤਾਜ ਮਹਿਲ ਇਹ ਕੁਸੁੰਬੜਾ ਕਾਵ ਸੰਗ੍ਰਹਿ ਤੋਂ ਲਈ ਗਈ ਹੈ। ਅਗਲੀ ਕਵਿਤਾ ਹੈ ਆਓ ਨੱਚੀਏ। ਦੇਖੋ ਨੱਚਣ ਦਾ ਬੜਾ ਮਹੱਤਵ ਰਿਹਾ, ਨੱਚਣਾ ਵੀ ਚਾਹੀਦਾ ਸਾਰਿਆਂ ਨੂੰ, ਹੈ ਨਾ। ਨੱਚਣਾ ਐਵੇਂ ਨਹੀਂ ਨੱਚੀ ਜਾਣਾ ਗਾ, ਕਹਿਣ ਦਾ ਮਤਲਬ ਜਦੋਂ ਖੁਸ਼ੀ ਦਾ ਮੌਕਾ ਹੁੰਦਾ ਤਾਂ ਆਪਾਂ ਅਮੂਮਨ ਹੀ, ਜਿਵੇਂ ਘਰ ਦੇ ਵਿੱਚ ਕੋਈ ਵਿਆਹ ਹੈ, ਜਿਹੜਾ ਕਦੇ ਨਹੀਂ ਵੀ ਨੱਚਿਆ ਹੋਵੇ ਉਹਨੂੰ ਵੀ ਫੜ ਕੇ ਆਪਾਂ ਨਚਾਉਂਦੇ ਹਾਂ। ਸੋ ਆਓ ਨੱਚੀਏ, ਨੱਚਣ ਦਾ ਬੜਾ ਮਹੱਤਵ ਹੈ, ਸੂਫੀਆਂ ਦੇ ਵਿੱਚ ਖਾਸ ਕਰਕੇ ਬੜਾ ਮਹੱਤਵ ਰਿਹਾ ਵੀ ਇਹ ਜਿਹੜੇ ਸ਼ਾਹ ਹੁਸੈਨ ਵਰਗੇ ਅਤੇ ਆ ਬੁੱਲੇ ਸ਼ਾਹ ਤਾਂ ਨੱਚਦਾ ਹੀ ਰਹਿੰਦਾ ਹੁੰਦਾ ਸੀਗਾ। ਸੋ ਇਹ ਨੱਚਣ ਦਾ ਤੁਸੀਂ ਕਨਵਰ ਗਰੇਵਾਲ ਨੂੰ ਵੀ ਦੇਖਦੇ ਹੋਵੋਗੇ ਬਹੁਤ ਸਾਰੇ ਲਾਈਵ, ਹੈ ਨਾ, ਤਾਂ ਉਹ ਵੀ ਤੁਹਾਨੂੰ ਪਤਾ ਹੈ ਵੀ ਉਹ ਨੱਚਣਾ ਸ਼ੁਰੂ ਕਰ ਦਿੰਦਾ। ਆਓ ਨੱਚੀਏ, ਆਓ ਹਿੰਦੀਓ। ਤੁਸੀਂ ਕੀ ਕਰਨਾ, ਇਸ ਕਵਿਤਾ ਨੂੰ ਸਿਰਫ ਪੜ੍ਹਨਾ ਬਸ। ਇਹਦੇ ਵਿੱਚ ਹੈ ਕੀ ਆ, ਕਵੀ ਕੀ ਕਰ ਰਿਹਾ ਹੈ, ਕਵੀ ਕਹਿੰਦਾ ਵੀ ਆਓ ਨੱਚੀਏ, ਸਾਰੇ ਰਲ ਮਿਲ ਕੇ ਨੱਚਣਾ ਆਪਾਂ। ਬਈ ਇਹਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਆਪਣੇ ਆਪਣੇ ਘਰਾਂ 'ਚੋਂ ਬਾਹਰ ਆ ਜਾਓ ਅਤੇ ਐਂ ਕਹੋ ਵੀ ਸਿਮਰਨਜੀਤ ਸਰ ਨੇ ਆਖਿਆ ਵੀ ਸਾਰਿਆਂ ਨੇ ਨੱਚਣਾ ਅਤੇ ਤੁਸੀਂ ਕਿਤੇ ਢੋਲ ਵਾਲਾ ਸੱਦ ਕੇ ਨੱਚਣ ਲੱਗ ਜਾਓ। ਇਹੋ ਜਿਹਾ ਕੰਮ ਨਹੀਂ ਕਰਨਾ। ਇਹ ਮਤਲਬ ਕੀ ਹੈ ਵੀ ਕੁੱਟ ਖਾਣ ਵਾਲਾ ਕੰਮ ਨਹੀਂ ਕਰਨਾ। ਕੀ ਹੈ ਇਹਦੇ ਵਿੱਚ, ਆਓ ਨੱਚੀਏ ਕਵਿਤਾ ਦੇ ਵਿੱਚ ਹੈ ਕੀ ਆ ਫਿਰ? ਆਓ ਨੱਚੀਏ ਕਵਿਤਾ ਦੇ ਵਿੱਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਜਿਹੜਾ ਵਿਤਕਰਾ ਹੈ, ਜਿਹੜਾ ਮਤਭੇਦ ਹੈ, ਵਿਤਕਰੇ ਮਤਭੇਦ ਨੂੰ ਕਿਹਾ ਜਾਂਦਾ, ਜਿਹੜਾ ਉਹ ਵਿਚਲਾ ਜਿਹੜਾ ਭੇਦ ਹੈ ਉਸ ਨੂੰ ਤਿਆਗ ਕੇ ਕਵੀ ਭਾਈਚਾਰਕ ਸਾਂਝ ਦਾ ਉਪਦੇਸ਼ ਦੇ ਰਿਹਾ ਹੈ। ਆਓ ਨੱਚੀਏ ਕਵਿਤਾ ਦਾ ਵਿਸ਼ਾ ਹੈ ਭਾਈਚਾਰਕ ਸਾਂਝ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ ਆਪਸੀ ਭਾਈਚਾਰਾ। ਹੁਣ ਭਾਈਚਾਰਕ ਸਾਂਝ ਨੂੰ ਕਵੀ ਉਸ ਦਾ ਸੰਦੇਸ਼ ਦੇ ਰਿਹਾ। ਕਹਿਣ ਦਾ ਮਤਲਬ ਆਓ ਨੱਚੀਏ ਮਤਲਬ ਕੀ ਆ ਵੀ ਸਾਰੇ ਜਾਣੇ ਇੱਕੋ ਹੀ ਸਥਿਤੀ ਦੇ ਵਿੱਚ ਹੋਣ, ਕਿਸੇ ਦੇ ਵੀ ਸੰਪਰਦਾਇਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਜਿਹੜੇ ਵਿਚਾਰ ਨੇ ਉਹਨਾਂ ਦੇ ਵਿੱਚ ਮਤਭੇਦ ਨਾ ਹੋਵੇ। ਠੀਕ ਹੈ ਵੀ ਇਹਦੇ ਵਿੱਚ ਕੋਈ ਅਲੱਗ-ਅਲੱਗ ਹੋ ਸਕਦੇ ਆ, ਪਰ ਉਹਨਾਂ ਦੇ ਵਿੱਚ ਸਾਂਝੀਵਾਲਤਾ ਬਹੁਤ ਜ਼ਰੂਰੀ ਹਨ। ਹੁਣ ਸਾਰਿਆਂ ਨੂੰ ਨਚਾਇਆ ਕਵੀ ਮੋਹਨ ਸਿੰਘ ਨੇ ਵੀ, ਦੇਖ ਲਿਓ। ਕਾਲੇ ਨੱਚਣ, ਗੋਰੇ ਨੱਚਣ ਅਮੀਰ ਕੰਗਾਲ ਵਾਲੇ, ਹਿੰਦੂ ਨੱਚਣ, ਮੁਸਲਮ ਨੱਚਣ, ਕੌਮੀ ਤੇ ਚਮਰਾਲ ਵਾਲੇ। ਮੈਂ ਤੁਹਾਨੂੰ ਕਿਹਾ ਨਾ, ਕੁੜੀਆਂ ਤੇ ਮੁਟਿਆਰਾਂ ਨੱਚਣ ਬੁੱਢੇ ਬਾਲ ਵਾਲੇ। ਅੱਗੇ ਦੇਖੋ ਕੁਛ ਹੈ ਅਰਥ ਜਿਹੜਾ ਮੈਂ ਦੱਸਦਾ ਤੁਹਾਨੂੰ ਕਿਤੇ। ਧਾੜ ਬਗਲੀਆਂ ਜਾਹਦ ਨੱਚਣ, ਆਰੇ ਬਗਲੀਆਂ ਜਾਹਦ ਨੱਚਣ। ਜਾਹਦ ਹੁੰਦਾ ਰੱਬ ਨੂੰ ਭਾਲਣ ਵਾਲਾ, ਜਿਹੜਾ ਆਪਣਾ ਘਰ-ਬਾਰ ਤਿਆਗ ਕੇ ਰੱਬ ਨੂੰ ਜੰਗਲਾਂ ਵਿੱਚ ਲੱਭੇ, ਉਸ ਨੂੰ ਕਿਹਾ ਜਾਂਦਾ ਜਾਹਦ ਰੱਬ ਨੂੰ ਭਾਲਣ ਵਾਲਾ। ਇਹਦਾ ਮਤਲਬ ਹੈ, ਜਾਹਦ ਦਾ ਮਤਲਬ ਹੈ ਬਗਲੀਆਂ ਪਾਈਆਂ ਹੁੰਦੀਆਂ ਨਾ। ਜਾਹਦ ਜਿਹੜੇ ਰੱਬ ਨੂੰ ਭਾਲਣ ਵਾਲੇ, ਉਹ ਕੀ ਕਰਦੇ ਆ ਫਿਰ? ਭਿੱਖਿਆ ਮੰਗ ਕੇ ਖਾਂਦੇ ਆ। ਭਿੱਖਿਆ ਮੰਗਣ ਵਾਸਤੇ ਉਹਨਾਂ ਦੇ ਇੱਕ ਕੱਪੜੇ ਦੀ ਇੱਕ ਥੈਲੀ ਪਾਈ ਹੁੰਦੀ ਹੈ, ਤਾਂ ਉਸ ਨੂੰ ਕਿਹਾ ਜਾਂਦਾ ਬਗਲੀ। ਤਸਬੀਹ ਲਿਖਿਆ ਹੋਇਆ ਇੱਕ ਜਗ੍ਹਾ 'ਤੇ। ਤਸਬੀਹ ਦਾ ਸ਼ਾਬਦਿਕ ਅਰਥ ਹੁੰਦਾ ਮਾਲਾ। ਤਸਬੀਹ ਤੇ ਜਪਮਾਲ, ਟਿੱਕੇ ਨੱਚਣ, ਜੰਝੂ ਨੱਚਣ। ਤਸਬੀਹ ਤੇ ਜਪਮਾਲ ਵਾਲੇ, ਦੋਜ਼ਖ ਨੱਚਣ, ਜੰਨਤ ਨੱਚਣ। ਦੋਜ਼ਖ ਨਰਕ, ਜੰਨਤ ਮਤਲਬ ਸਵਰਗ। ਹੁਰਾ ਦੇਵਣ ਤਾਲ ਵਾਲੇ, ਹੁਰਾ ਮਤਲਬ ਪਰੀਆਂ। ਨਾਨਕ ਰਾਮ ਮੁਹੰਮਦ ਨੱਚਣ ਕ੍ਰਿਸ਼ਨ ਗੋਪਾਲ ਵਾਲੇ। ਕੋਈ ਇਸ਼ੂ ਨਹੀਂ, ਕੋਈ ਦਿੱਕਤ ਨਹੀਂ। ਅਰਥ ਸੰਚਾਰ ਬਹੁਤ ਸ਼ਾਨਦਾਰ ਹੈ ਇਸ ਕਵਿਤਾ ਦਾ। ਅੱਗੇ ਦਿੱਤਾ ਹੋਇਆ ਜ਼ਮਜ਼ਮ ਸ਼ਬਦ ਦਿੱਤਾ ਹੋਇਆ ਇੱਕ, ਜ਼ਮਜ਼ਮ। ਹਾਂ, ਉਛਲ ਗੰਗਾ ਦੀਆਂ ਲਹਿਰਾਂ ਮਾਰਨ, ਜ਼ਮਜ਼ਮ ਦੇ ਵਿੱਚ ਛਾਲ ਵਾਲੇ। ਵੀ ਇਹ ਕੀ ਆ, ਜਿਹੜੀ ਗੰਗਾ ਹੈ ਉਹ ਤਾਂ ਹੈ ਜੀ ਹਿੰਦੂ ਧਰਮ ਦੇ ਨਾਲ ਸੰਬੰਧਿਤ ਪਵਿੱਤਰ ਨਦੀ, ਅਤੇ ਜ਼ਮਜ਼ਮ ਹੈ ਜਿਹੜਾ ਉਹ ਮੁਸਲਮਾਨਾਂ ਦਾ ਇੱਕ ਪਵਿੱਤਰ ਖੂਹ ਹੈ, ਉਸ ਨੂੰ ਕਿਹਾ ਜਾਂਦਾ ਹੈ ਜ਼ਮਜ਼ਮ। ਸੋ ਦੋਨਾਂ ਦੀ ਨਾਮ ਲਿਆ ਕਵੀ ਨੇ, ਹਿੰਦੂ ਅਤੇ ਮੁਸਲਮਾਨਾਂ ਦੀ ਏਕਤਾ ਨੂੰ ਦਰਸਾਇਆ। ਬ੍ਰਾਹਮਣ ਦੇ ਗਲ ਜੰਝੂ ਹੋਵਣ, ਚਮਚੇਟੀ ਦੇ ਵਾਲ ਵਾਲੇ। ਠੀਕ ਹੈ,
ਚਮਰੇਟੀ ਲਿਖਿਆ ਹੋਇਆ ਓਏ ਆਹ ਚਮਰੇਟੀ। ਚਮਰੇਟੀ ਹੈਗਾ ਜੀ ਚਮਿਆਰ ਦਾ ਇਸਤਰੀ ਲਿੰਗ। ਤੁਸੀਂ ਦੇਖਿਓ ਵੈਸੇ ਤਾਂ ਚਮਿਆਰ ਦਾ ਇਸਤਰੀ ਲਿੰਗ ਹੁੰਦਾ ਚਮਿਆਰੀ, ਚਮਿਆਰ ਦਾ ਇਸਤਰੀ ਲਿੰਗ ਚਮਿਆਰੀ ਹੁੰਦਾ ਅਮੂਮਨ, ਪਰ ਇੱਥੇ ਕਵੀ ਪ੍ਰੋਫੈਸਰ ਮੋਹਨ ਸਿੰਘ ਨੇ ਚਮਰੇਟੀ ਲਿਖਿਆ ਹੋਇਆ ਚਮਰੇਟੀ। ਤਾਂ ਇਹ ਮੰਨ ਲਓ ਅਰਥ ਆ ਜੇ ਵੀ ਚਮਰੇਟੀ ਹੈ ਕੀ ਹੈ, ਆਪਸ਼ਨ ਦੇ ਵਿੱਚ ਦਿੱਤਾ ਹੋਵੇ ਚਮਿਆਰ ਦਾ ਇਸਤਰੀ ਲਿੰਗ ਤਾਂ ਤੁਸੀਂ ਉਸ ਨੂੰ ਕਲਿੱਕ ਕਰਨਾ ਹੈ, ਸਹੀ ਕਰਨਾ ਹੈ ਉਸ ਨੂੰ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਦੇ ਅਨੁਸਾਰ ਚਮਰੇਟੀ ਕਿਹਾ ਹੈ। ਜਿਵੇਂ ਮੰਨ ਲਓ ਜੱਟ ਦਾ ਜੱਟੀ ਬਣਦਾ, ਪਰ ਦਮੋਦਰ ਜਿਹੜਾ ਹੈਗਾ ਹੀਰ ਲਿਖਣ ਵਾਲਾ ਉਹਨੇ ਜਟੇਟੀ ਲਿਖਿਆ ਇੱਕ ਜਗ੍ਹਾ 'ਤੇ, ਸੋ ਜੱਟ ਦਾ ਦਮੋਦਰ ਦੇ ਅਨੁਸਾਰ ਇਸਤਰੀ ਲਿੰਗ ਜਟੇਟੀ ਹੈ। ਉਵੇਂ ਹੀ ਪ੍ਰੋਫੈਸਰ ਮੋਹਨ ਸਿੰਘ ਦੇ ਅਨੁਸਾਰ ਜਿਹੜਾ ਚਮਿਆਰ ਦਾ ਇਸਤਰੀ ਲਿੰਗ ਹੈ ਚਮਿਆਰੀ ਹੈ, ਕੋਈ ਦੋ ਰਾਏ ਨਹੀਂ ਵਿਆਕਰਣ ਦੇ ਅਨੁਸਾਰ। ਪਰ ਜਦੋਂ ਆ ਜੇ ਵੀ ਚਮਰੇਟੀ ਕੀ ਹੈ ਤਾਂ ਚਮਰੇਟੀ ਜੀ ਚਮਿਆਰ ਦਾ ਇਸਤਰੀ ਲਿੰਗ ਹੈ। ਇੱਥੇ ਚਮਰੇਟੀ ਨੂੰ ਗੋਲ ਕਰਕੇ ਤੇ ਇਸ ਨੂੰ ਇਹਦੇ ਤਾਂ ਤੇ ਤੁਸੀਂ ਕੀ ਲਿਖਦੇ ਹੋ ਜੀ, ਇਹ ਚਮਿਆਰ ਦਾ ਇਸਤਰੀ ਲਿੰਗ ਹੈ। ਠੀਕ ਹੈ, ਇੰਨਾ ਕੰਮ ਤੁਸੀਂ ਕਰਨਾ। ਜ਼ਮਜ਼ਮ ਨੂੰ ਵੀ ਗੋਲ ਕਰਕੇ ਉੱਥੇ ਲਿਖ ਦਿਓ ਮੁਸਲਮਾਨਾਂ ਦਾ ਪਵਿੱਤਰ ਖੂਹ। ਠੀਕ ਹੈ, ਇਹ ਕਵਿਤਾ ਤੁਸੀਂ ਪੜ੍ਹਨੀ ਹੈ। ਕਵਿਤਾ ਦਾ ਸਿਰਲੇਖ ਹੈ ਜਿਹੜਾ ਉਹ ਹੈਗਾ ਆਓ ਨੱਚੀਏ। ਆਓ ਨੱਚੀਏ ਕਵਿਤਾ ਹੈ ਜਿਹੜੀ ਇਹ ਕਸੁੰਬੜਾ ਕਾਵ ਸੰਗ੍ਰਹਿ ਚੋਂ ਲਈ ਗਈ ਹੈ। ਕਸੁੰਬੜਾ ਅੱਗੇ ਹੈਗੀ ਹੈ ਜੀ ਦੋ ਟੋਟਿਆਂ ਦੇ ਵਿੱਚ ਭੌਂ ਟੁੱਟੀ। ਜਦੋਂ ਆਪਾਂ ਬਿੰਬ ਦੀ ਗੱਲ ਕਰਦੇ ਹਾਂ, ਕਵਿਤਾ ਦੇ ਬਹੁਤ ਸਾਰੇ ਤੱਤ ਆ, ਕਵਿਤਾ ਦੇ ਤੱਤਾਂ ਦੇ ਵਿੱਚੋਂ ਇੱਕ ਹੈਗਾ ਬਿੰਬ। ਤਾਂ ਬਿੰਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਆਹ ਉਦਾਹਰਨ ਜ਼ਰੂਰ ਦਿੱਤਾ ਹੁੰਦਾ, ਦੋ ਟੋਟਿਆਂ ਦੇ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦਾ ਇੱਕ ਟੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਲਓ ਜੀ, ਕਵੀ ਨੇ ਦੋ ਧਿਰਾਂ ਦੀ ਗੱਲ ਕੀਤੀ ਹੈ, ਸ਼੍ਰੇਣੀ ਸਮਾਜ ਤੇ ਸ਼ੋਸ਼ਣਵਾਦੀ ਸਮਾਜ, ਜਿਹੜੇ ਦੋਨਾਂ ਦੇ ਸੁਭਾਅ ਤੇ ਸਾਮਰਾਜ ਦੇ ਖਾਤਮੇ ਦੀ ਭਵਿੱਖਬਾਣੀ ਵੀ ਕੀਤੀ ਹੈ। ਸਾਮਰਾਜ ਮਤਲਬ ਕੀ ਹੈ, ਜਿਹਨੂੰ ਆਪਾਂ ਹਿੰਦੀ ਦੇ ਵਿੱਚ ਸਾਮਰਾਜਯਵਾਦ ਕਹਿੰਦੇ ਹਾਂ, ਜਿਹਨੂੰ ਸਾਮਰਾਜਯਵਾਦ। ਸੋ ਕਵੀ ਹੈ ਜਿਹੜਾ ਉਹ ਦੋਨਾਂ ਦੀ ਗੱਲ ਕਰ ਰਿਹਾ। ਸ਼੍ਰੇਣੀ ਸਮਾਜ ਤੇ ਸ਼ੋਸ਼ਣਵਾਦੀ ਹੈ ਜਿਹੜੇ। ਸ਼੍ਰੇਣੀ ਤਾਂ ਹੋ ਗਏ ਜਿਹੜੇ ਆਮ ਲੋਕ, ਸਧਾਰਨ ਜਨਤਾ, ਆਮ ਸਧਾਰਨ ਜਨਤਾ ਜਿਹੜੀ ਉਹਨੂੰ ਕਿਹਾ ਜਾਂਦਾ ਸ਼੍ਰੇਣੀ ਸਮਾਜ। ਤੇ ਜਿਹੜੇ ਸ਼ੋਸ਼ਣ ਵਰਗ ਆ ਉਹ ਹੈਗੇ ਆ ਵੀ ਜਿਹੜੇ ਕੁਝ ਕੁ ਲੋਕ ਆ ਜਿਹੜੇ ਸ਼ੋਸ਼ਣ ਕਰਦੇ ਆ ਉਹਨਾਂ ਲੋਕਾਂ ਦਾ, ਸ਼੍ਰੇਣੀ ਸਮਾਜ ਦਾ। ਉਹਨਾਂ ਦੀ ਗੱਲ ਕੀਤੀ ਹੈ ਦੋਨਾਂ ਦੀ। ਤੇ ਸਾਮਰਾਜ ਦੇ ਖਾਤਮੇ ਦੀ ਭਵਿੱਖਬਾਣੀ ਅੰਤ ਦੇ ਵਿੱਚ ਕਵੀ ਨੇ ਕੀਤੀ ਹੈ। ਦੋ ਟੋਟਿਆਂ ਦੇ ਵਿੱਚ ਭੌਂ ਟੁੱਟੀ ਮਤਲਬ ਕੀ ਹੈ ਵੀ ਇਸ ਦੁਨੀਆ ਤੇ ਦੋ ਜਨਮ ਹੋਏ। ਇੱਕ ਦੋ ਟੋਟਿਆਂ ਦੇ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦਾ ਇੱਕ ਟੋਕਾਂ ਦਾ, ਇੱਕ ਮਹਿਲਾਂ ਵਿੱਚ ਰਹਿਣ ਵਾਲੇ ਤੇ ਇੱਕ ਢੋਕ ਮਤਲਬ ਝੁੱਗੀ ਝੌਂਪੜੀ ਦੇ ਵਿੱਚ ਰਹਿਣ ਵਾਲੇ। ਦੂਸਰੀ ਗੱਲ, ਦੋ ਧੜਿਆਂ ਵਿੱਚ ਖਲਕਤ ਵੰਡੀ। ਖਲਕਤ ਹੁੰਦੀ ਹੈ ਦੁਨੀਆ। ਇਹ ਦੁਨੀਆ ਦੋ ਟੋਟਿਆਂ ਦੇ ਵਿੱਚ ਵੰਡੀ ਹੋਈ ਹੈ। ਦੋ ਧਿਰਾਂ ਦੇ ਵਿੱਚ ਕਿਹੜੀ ਕਿਹੜੀ? ਇੱਕ ਲੋਕਾਂ ਦਾ, ਇੱਕ ਜੋਕਾਂ ਦਾ। ਲੋਕ ਤਾਂ ਹੋ ਗਏ ਸ਼੍ਰੇਣੀ ਸਮਾਜ, ਸਧਾਰਨ ਜਨਤਾ ਹੈ ਜਿਹੜੀ, ਤੇ ਜੋਂਕ ਹੁੰਦੇ ਆ। ਦੇਖੋ ਜੀ, ਜੋਂਕ ਹੁੰਦਾ ਇੱਕ ਕੀੜਾ, ਥੈਲੀ ਦੀ ਸ਼ਕਲ ਦੇ ਵਿੱਚ ਹੁੰਦਾ, ਪਾਣੀ ਦੇ ਵਿੱਚ ਰਹਿਣ ਵਾਲਾ ਇੱਕ ਕੀੜਾ ਹੁੰਦਾ, ਤੇ ਜੋ ਬੰਦੇ ਦਾ ਕਹਿੰਦੇ ਵੀ ਲਹੂ ਚੂਸਦਾ, ਬੰਦੇ ਦਾ ਕਿ ਕਿਸੇ ਦਾ ਵੀ ਚੂਸ ਜਾਂਦਾ। ਜੋਂਕ ਇੱਕ ਮਤਲਬ ਕੀ ਹੈ ਵੀ ਇੱਕ ਕੀੜਾ ਉਹ ਇੱਕ ਤਰ੍ਹਾਂ ਦਾ ਜੋ ਪਾਣੀ ਦੇ ਵਿੱਚ ਰਹਿੰਦਾ, ਥੈਲੀ ਦੀ ਸ਼ਕਲ ਵਰਗਾ ਹੁੰਦਾ, ਤੇ ਉਹਦਾ ਕੰਮ ਕੀ ਹੈ ਜੀ, ਲਹੂ ਚੂਸਣਾ। ਤੇ ਸਾਡੇ ਦੇਸ਼ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੀ ਦੁਨੀਆ ਦੇ ਵਿੱਚ ਲਹੂ ਚੂਸਣ ਦਾ ਕੌਣ ਕੰਮ ਕਰਦਾ? ਜਿਹੜੇ ਲੋਕ, ਜਿਨ੍ਹਾਂ ਦੇ ਲੋਕਾਂ ਕੋਲੇ ਰਾਜ ਹੈ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੂਰੇ ਦੇਸ਼ ਦਾ ਸ਼ਾਸਨ ਹੈ, ਜਿਨ੍ਹਾਂ ਦੇ ਹੱਥ ਵਿੱਚ ਸਾਮਰਾਜਵਾਦ ਹੈ, ਜਿਹੜੇ ਸ਼ੋਸ਼ਣ ਵਰਗ ਕਰਦੇ ਨੇ, ਜਿਹੜੇ ਸ਼ੋਸ਼ਣ ਕਰਦੇ ਨੇ ਗਰੀਬਾਂ ਦਾ। ਬਹੁਤ ਸਾਰੇ ਲੋਕ ਕਰੀ ਜਾਂਦੇ ਆ, ਦੇਖ ਲਓ ਤੁਸੀਂ ਕਿਤੇ ਵੀ ਚੱਲ ਜਾਓ। ਗਰੀਬ ਬੰਦਾ ਅਗਰ ਮੰਨ ਲਓ ਕੋਈ ਆਪਦਾ ਇੱਕ ਕਾਗਜ਼ ਵੀ ਬਣਾਉਣਾ ਹੋਵੇ ਤੇ ਉਹਦਾ ਬਹੁਤ ਸਾਰਾ ਸ਼ੋਸ਼ਣ ਹੋ ਜਾਂਦਾ। ਸ਼ੋਸ਼ਣ ਦੇ ਰੂਪ ਵਿੱਚ ਛੋਟੇ ਤੋਂ ਛੋਟੇ ਤੋਂ ਦਰਜੇ ਤੋਂ ਲੈ ਕੇ ਵੱਡੇ ਤੋਂ ਵੱਡੇ ਉੱਚ ਕੁਰਸੀ ਤੱਕ ਦੇਸ਼ ਦੇ ਵਿੱਚ ਸ਼ੋਸ਼ਣ ਬੈਠੇ ਆ। ਸਾਰੇ ਸੋਚਦੇ ਆ ਸਾਡੀਆਂ ਤਿਜੋਰੀਆਂ ਭਰੀਆਂ ਜਾਣ, ਸੋਚਦੇ ਆ। ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਤੁਸੀਂ ਦੇਖ ਲਓ ਹਰ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਮਤਲਬ ਕੀ ਹੈ ਵੀ ਮਿਲ ਜਾਣਗੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਕੀ ਹੈ, ਜਿਹੜੇ ਲੋਕਾਂ ਦਾ, ਆਮ ਲੋਕਾਂ ਦਾ, ਸ਼੍ਰੇਣੀ ਸਮਾਜ ਦਾ, ਗਰੀਬ ਜਨਤਾ ਦਾ ਲਹੂ ਚੂਸਦੇ ਆ, ਜਿਨ੍ਹਾਂ ਨੂੰ ਸਿਰਫ ਮਤਲਬ ਹੈ ਵੀ ਆਹ ਪੈਸਾ, ਉਹ ਪੈਸਾ ਸਾਡੇ ਕੋਲ ਸਾਡੀ ਤਿਜੋਰੀ ਦੇ ਵਿੱਚ ਰਹੇ। ਉਹਨਾਂ ਹੱਥ ਕੰਡੇ ਅਪਣਾਉਂਦੇ ਆ ਤਰ੍ਹਾਂ ਤਰ੍ਹਾਂ ਦੇ। ਗਰੀਬ ਨੂੰ ਗਰੀਬ ਰਹਿਣ ਦਾ ਉਹਨਾਂ ਦਾ ਪੂਰਾ ਮਕਸਦ ਹੈ ਉਹਦੇ ਵਿੱਚ। ਹਾਂਜੀ,
थैली की शक्ल दे विच है। जोंक किहनूं क्या इत्थे? जोंक उस धनाढ़ लोकां नूं क्या है जो लोग गरीबां दा लहू चूसदे है, शोषण वर्ग नूं क्या है। ते शोषित वर्ग वास्ते लोकां दी लोक शब्द की वरतों, जिन्हां दा शोषण हो रहा है उन्हां वास्ते तां लोक शब्द की वरतों कीती है। जिहड़े शोषण कर रहे ने उन्हां वास्ते जोंक ऑयल की मशहूरी भी आउंदी हुंदी है ना, भी जोंक ऑयल लगाइए और काले काले बाल पाइए। तो ये जिहड़ा जोंक ऑयल है जिहड़ा वो इसे तो ही बनया, आ जिहड़े कीड़े तो ही बनाया गया जोंक ऑयल। कोई वेला सी वंडकारां ने दुनिया नूं पाड़िया वंडिया सी, वित्थां विच वित्थां होर वधा जनता नूं दाढ़ा तरंडिया सी। तरंडना मतलब होंदा किसी नूं गुमराह करना, तरंडना। कोई वेला सी जदों वंडकारां ने की कीता भी दुनिया नूं पाड़िया वंडिया सी। तुहानूं पता ही है 1857 की क्रांति तो बाद अंग्रेज़ां ने एक नीति अपनाई सी, ये अपनाई सी फूट डालो और राज करो। वही नीति अपने देश दे विच वर्तमान दे विच भी लागू है। अगे देखो जी अगली स्थिति किते भी है, चाहे तुसी किसी दी, मैं किसी पार्टी की गल नहीं कर रहा, सारी दुनिया सारे एवें हो रहा, यही चल रहा सारे काम, गुमराह किया जा रहा है। कुछ पईयां वित्थां वर्ण दियां, कोई तो वर्ण दियां भी आ जी अपने जिहड़ी 4 वर्णां की गल की है ना, खत्तरी ब्राह्मण शूद्र ते वैश्य, 4 वर्णां की गल। कुछ वाहियां लीका धर्म दियां, कुछ आ जी मेरा धर्म उच्चा जी, कोई कहंदा मेरा धर्म उच्चा जी। हाँ, फिर कंधा कर्म कुकर्म दियां, फिर धुंदा अन्ने भरम दियां, अन्ने वाह किसी दे मगर लगे हुए है ना। अरे अन्ने वाह किसी दे मगर लग जाना वो भी तो बहुत माड़ा है ना। फिर वित्थां लिपि जबान दियां, लिपि ते जबान दियां वित्थां। कोई कहंदा जी साडी भाषा बहुत चंगी है जी, कोई कहंदा जी साडी भाषा चंगी है, क्योंकि भाषा तो एक जरिया अपनी गल दसण दा। कोई भी भाषा किसी भी भाषा तो माड़ी नहीं है, सारी भाषा अपनी थां ते चंगी है। हर भाषा नूं अपने अपने नज़रिए तो वेखण दी लोड़ है। एक देश दे विच तुसीं कहो भारत वर्गे देश दे विच कोई भी एक भाषा आपां कर दईए लागू, किवें कर सकते हो तुसीं? कोई भी नहीं, कारण कोई भी नहीं हो सकता, कर ही नहीं सकते। साडे देश दे विच विभिन्नता दे विच एकता है। हाँ ठीक है, बहुत सारे एको भाषा दे विच काम हो सकते हैं, सरकारी काम कर, पर उस चीज़ नूं आपां मतलब की है, उस बंदे नूं किसी भी मनुख नूं आपां उसदी मातृ भाषा तो दूर नहीं कर सकते। ये उहदा जन्म सिद्ध अधिकार है, उहदे ते थोप नहीं सकते। अपनी भाषा नूं थोपना यह बहुत वड्डी गलती है, साडी बहुत वड्डी दिक्कत है। आपां जदों अपनी भाषा नूं किसी ते थोपदे हां, आपां अपनी भाषा नूं भी नीवां दिखाउने, क्योंकि सारियां भाषा दा जिन्नियां भी सारियां भाषावां उन्हां दा लगभग अपने भारत दीयां भी कुछ क भाषावां नूं छड्ड के उन्हां दा मूल सोमा जिहड़ा वो इक्को ही है। जनता नूं थौ ना लगन दिता, थौ मतलब पता। इन्हां जादूगर विथकारां ने, विथकारा मतलब जिहड़े अलग अलग करन वाले इस चीज़ नूं, असलीयत विच ने 2 विथां, बाकी सब कूड़ियां पाड़ा ने। अगे देखते हैं। हाँ जी, कुछ चेतन शेर जवाना ने विथकारां ताईं वंगारिया जद, कुछ चेतन नौजवानों ने जदों इस नूं वंगारिया कि ये जिहड़ी विथ है, जिहड़ी ये जिहड़ा पाड़ा है, वितकरा है, ये क्यों हो रहा है। छाई माई कर विथां नूं असलीयत ताईं उगाड़िया जद। छाई माई करना हुंदा किसी चीज़ नूं खत्म कर देना, जड़ों खत्म करना, छाई माई एक मुहावरा है। तद किरती ते किरसान उठे, काली ते बोली रात मुक्की। गल गई मनीजी लोकां दी, मनीजी मतलब मन्नी गई, ते सामराज की बात मुक्की। ते सामराज है जिहड़ा साम्राज्यवादी अंग्रेज़ों की नीति सी, वो जिहड़ा वो खत्म हो गया। सो इत्थे कवि ने साम्राज्यवाद दे, साम्राज्यवाद के खात्मे की भविष्यवाणी की है। जदों किसान उठ गए, किरती ते किसान जदों उठ गए, उन्होंने काली ते बोली जिहड़ी अन्याय वाली रात है जिहड़ी उसनूं मुका देना है। अगे आ गई जी सवेर। ये जिहड़ी कविता है 2 टोटियां विच भौं टुटी है, कच्छ सच काव्य संग्रह तो लई गई है। अगली कविता साडी सवेर। सवेर कविता दे विच कवि सवेर दे दृश्य नूं दर्शा रहा है, अद्भुत रस की वरतों कर रहा है, ते प्रेमिका दे विछोड़े नूं दर्शा रहा है। कवि है जिहड़ा वो प्रेमिका दे विछोड़े नूं दर्शा रहा है जी। लो जी आपां देखते हैं, बड़ी शानदार कविता है। अगे 2 होर पईयां होए, छेती ना पढ़ीए इनूं आपां, ठीक है। लोप हो गई चन्न दी दाती, वाढी करके नेरे दी। पूरब दी निर्मल नैं उत्ते केसर तरियां ने। पूरब दे विचों जिहड़ा अपना सूरज है, जिहड़ा आपां कहंदे भी पूरब दे विचों उगदा। दरियावां दे कंढी झूमे, बुंबल 7 सरूटां दे, मिस्से चानण दे विच दरियां। सर कंढे दियां सरियां ने, मिस्से चानण दे विच दगियां।
ਹੁਣ ਇਸ ਕਵਿਤਾ ਦੇ ਵਿੱਚ ਕਵੀ ਨੇ ਕੀ ਕੀਤਾ ਹੈ, ਦ੍ਰਿਸ਼ ਨੂੰ ਦਰਸਾਇਆ ਸਵੇਰ ਦੇ। ਆ ਸਾਰੇ ਜਿਹੜੇ ਉੱਪਰ ਦ੍ਰਿਸ਼ ਹੈ ਸਾਰੇ, ਚਮਕਿਆ ਸੋਨ ਪੱਤਰੀਆਂ ਵਾਂਗੂ ਰੰਗ ਸ਼ਰੀ ਦੀਆਂ ਫਲੀਆਂ ਦਾ। ਸ਼ਰੀ ਹੁੰਦਾ ਨਾ ਜਿਹੜਾ ਦਰਖਤ, ਸਰੀ ਦਾ ਦਰਖਤ, ਜਦੋਂ ਮੰਨ ਲਓ ਘਰ ਦੇ ਵਿੱਚ ਮੇਲ ਬੱਚਾ ਪੈਦਾ ਹੁੰਦਾ ਹੈ ਜਦੋਂ ਖਾਸ ਕਰਕੇ, ਤਾਂ ਉਦੋਂ ਕੀ ਆ ਵੀ ਉਹ ਸਰੀ ਦੇ ਦਰਖਤ ਦੇ ਪੱਤੇ ਆ ਜਿਹੜੇ ਉਹ ਘਰ ਦੇ ਬਾਹਰ ਬੰਨੇ ਜਾਂਦੇ ਆ, ਗੁਬਾਰੇ ਵਗੈਰਾ ਨਾਲ ਲਟਕਾ ਕੇ ਸਰੀ ਦੇ ਪੱਤੇ। ਚੋਗਾ ਭਾਲਣ ਪੰਛੀ ਨਿਕਲੇ ਖੰਭ ਚਮਕਣ ਜਿਉਂ ਜ਼ਰੀਆਂ ਨੇ। ਜ਼ਰੀ ਤੁਸੀਂ ਸੁਣਿਆ ਵੀ ਜ਼ਰੀ ਗੋਟੇ ਦਾ ਕੰਮ ਕਰਨਾ ਹੈ ਨਾ, ਕੁੜੀਆਂ ਨੇ ਸੁਣਿਆ ਹੋਇਆ ਜ਼ਰੀ ਸ਼ਬਦ। ਜ਼ਰੀ ਦਾ ਮਤਲਬ ਹੁੰਦਾ ਵੀ ਸੋਨੇ ਦੀ ਮੀਨਾਕਾਰੀ ਕੀਤੀ ਹੋਣੀ, ਉਸਨੇ ਕਿਹਾ ਜਾਂਦਾ ਜ਼ਰੀ। ਜੀਕੇ ਦੇ ਵਿੱਚ ਵੀ ਤੁਸੀਂ ਹੈ ਨਾ ਪੜ੍ਹਿਆ ਹੋਣਾ ਹੈ। ਸੋ ਇਹਦੇ ਵਿੱਚ ਕਵੀ ਨੇ ਦ੍ਰਿਸ਼ ਬਿੰਬਾਂ ਦੀ ਸਹਾਇਤਾ ਦੇ ਨਾਲ ਇੱਕ ਮਤਲਬ ਕੀ ਹੈ ਵੀ ਇੱਕ ਪ੍ਰਕਿਰਤੀ ਦਾ ਚਿੱਤਰ ਖਿੱਚਿਆ। ਕ੍ਰਿਸ਼ਨ ਸਾਂਵਲਾ ਕੁੰਜੀ ਲੁਕਿਆ, ਕੁੰਜੀ ਮਤਲਬ ਓਲੇ, ਕ੍ਰਿਸ਼ਨ ਸਾਂਵਲੇ ਰੰਗ ਦਾ ਚੁੱਕ ਕੇ ਬਸਤਰ ਸਖੀਆਂ ਦੇ, ਜੋ ਆਪਣੀਆਂ ਜੋ ਕੀ ਆ ਗੋਪੀਆਂ ਦੇ ਬਸਤਰ ਚੁੱਕ ਕੇ ਤੇ ਉਹ ਜਿਹੜਾ ਲੁਕ ਜਾਂਦਾ ਸੀਗਾ ਹੈ ਨਾ ਕ੍ਰਿਸ਼ਨ। ਜਮਨਾ ਤੱਟ ਤੇ ਨਗਨ ਫਿਰਦੀਆਂ ਗੋਕਣ ਦੀਆਂ ਗੁਜਰੀਆਂ ਨੇ, ਤੇ ਉਹ ਜਿਹੜੀਆਂ ਗੋਪੀਆਂ ਹੈ ਉਹ ਜਮਨਾ ਦੇ ਤੱਟ ਤੇ, ਜਮਨਾ ਦੀ ਗੱਲ ਕੀਤੀ ਨਾ, ਜਮਨਾ ਨਦੀ ਦੇ ਤੱਟ ਤੇ ਨਗਨ ਫਿਰ ਰਹੀਆਂ ਨੇ। ਅੱਗੇ ਦੇਖੋ, ਹਾਂ, ਪੂਰਬ ਦੇ ਪੱਟ ਉੱਤੇ ਹੋਇਆ ਨਾਚ ਅਲੌਕਿਕ ਕਰਨਾ ਦਾ। ਪੂਰਬ ਤੋਂ ਕੀ ਹੋਇਆ, ਜਦੋਂ ਸੂਰਜ ਚੜ੍ਹਿਆ ਦਿਲ ਦੀ ਮਹਿਫਲ ਨੂੰ ਗਰਮਾਇਆ, ਯਾਦ ਤੇਰੀ ਦੀਆਂ ਭਰੀਆਂ ਨੇ। ਸੋ ਤੇਰੀ ਯਾਦ ਨੇ ਦਿਲ ਦੀ ਮਹਿਫਲ ਨੂੰ ਗਰਮ ਕੀਤਾ, ਜਿਵੇਂ ਉਹ ਸੂਰਜ ਚੜ੍ਹਨ 'ਤੇ ਜਿਹੜੀ ਆ ਧਰਤੀ ਹੈ ਜਿਹੜੀ ਉਹ ਗਰਮਾਇਸ਼ ਫੜਦੀ ਹੈ। ਸਰਗੀ ਵਰਗੇ ਮੂੰਹ ਦੇ ਬਾਝੋਂ ਕਿਹੜੇ ਕੰਮ ਸਵੇਰਾ ਨੇ, ਯਾਦਾਂ ਭੇਜੇ ਆਪ ਨਾ ਆਵੇਂ, ਇਹ ਕਈਆਂ ਦਿਲ ਭਰੀਆਂ ਨੇ। ਕਿ ਤੂੰ ਆਪਣੀਆਂ ਯਾਦਾਂ ਭੇਜ ਰਿਹਾ, ਤੂੰ ਆਪ ਨਹੀਂ ਆ ਰਿਹਾ। ਸੋ ਕਵੀ ਆਪਣੀ ਪ੍ਰੇਮਿਕਾ ਦੇ ਵਿਛੋੜੇ ਦੀ ਗੱਲ ਕਰ ਰਿਹਾ ਇੱਥੇ। ਜਿੰਦ ਮੇਰੀ ਦਾ ਦੀਪ, ਅੱਛਾ ਠੀਕ ਹੈ, ਇੱਥੇ ਖਤਮ ਹੋ ਗਈ, ਠੀਕ ਹੈ। ਆਵਾਜ਼ਾਂ, ਇਹ ਆਵਾਜ਼ਾਂ ਕਾਵ ਸੰਗ੍ਰਹਿ 'ਚੋਂ ਲਈ ਗਈ ਹੈ ਕਵਿਤਾ, ਅਤੇ ਕਵਿਤਾ ਦਾ ਸਿਰਲੇਖ ਹੈ ਸਵੇਰ। ਅਗਲੀ ਕਵਿਤਾ ਹੈ ਆਪਣੀ, ਉਹ ਹੈਗੀ ਹੈ ਹਿੱਕੋ ਦਿਹਾੜਾ ਯਾਰ। ਹਿੱਕੋ ਦਿਹਾੜਾ ਮਤਲਬ ਇੱਕ ਦਿਹਾੜਾ ਦਿਨ, ਸਮੇਂ ਦੇ ਬੀਤਣ ਦਾ ਅਹਿਸਾਸ ਵੀ ਬਹੁਤ ਥੋੜ੍ਹਾ ਟਾਈਮ ਆ ਜੀ ਤੇਰੇ ਕੋਲ, ਕੁਛ ਹੀ ਘੰਟੇ ਬਾਕੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸਮੇਂ ਦੇ ਬੀਤਣ ਦਾ ਅਹਿਸਾਸ ਕਵੀ ਨੂੰ ਹੈ, ਅਤੇ ਉਸ ਅਹਿਸਾਸ ਨੂੰ ਕਵੀ ਕਵਿਤਾ ਦੇ ਰੂਪ ਵਿੱਚ ਪੇਸ਼ ਕਰ ਰਿਹਾ ਪ੍ਰੋਫੈਸਰ ਮੋਹਨ ਸਿੰਘ। ਅਤੇ ਪਿਆਰ ਨੂੰ ਮਾਣਨ ਦੀ ਤੀਬਰ ਇੱਛਾ ਦਾ ਅਹਿਸਾਸ ਹੈ ਉਹਦੇ ਅੰਦਰ। ਇਹ ਦੋ ਅਹਿਸਾਸ ਆ ਉਹਦੇ ਵਿੱਚ। ਇੱਕ ਤਾਂ ਹੈਗਾ ਵੀ ਸਮਾਂ ਜਿਹੜਾ ਉਹ ਲੰਘ ਚੱਲਿਆ ਪੂਰਾ, ਹਿੱਕੋ ਦਿਹਾੜਾ ਯਾਰ ਦਾ ਮਤਲਬ ਹੈ ਸਮਾਂ ਲੰਘ ਰਿਹਾ, ਸਮੇਂ ਦੇ ਗੁਜ਼ਰਨ ਦੀ ਅਵਸਥਾ, ਸਮੇਂ ਦੇ ਬੀਤਣ ਦਾ ਅਹਿਸਾਸ। ਅਤੇ ਦੂਸਰੀ ਅਵਸਥਾ ਕੀ ਹੈ ਕਿ ਪਿਆਰ ਨੂੰ ਮਾਣਿਆ ਜਾਵੇ। ਹਿੱਕੋ ਦਿਹਾੜਾ ਯਾਰ ਉਮਰ ਗੰਢ ਖੁੱਲ੍ਹ ਚੱਲੀ ਵੇ। ਉਮਰ ਗੰਢ ਦਾ ਖੁੱਲ੍ਹਣ ਦਾ ਮਤਲਬ ਹੈ ਕਿ ਜਵਾਨੀ ਹੈ ਜਿਹੜੀ ਉਹ ਲੰਘ ਚੱਲੀ ਹੈ, ਮਤਲਬ ਕੀ ਹੈ ਵੀ ਮਰਨ ਦੀ ਅਵਸਥਾ ਹੈ ਹੁਣ। ਹਿੱਕੋ ਰਾਤੜੀ ਪਿਆਰ ਕਥੂਰੀ ਹੁੱਲ ਚੱਲੀ ਵੇ। ਕਥੂਰੀ ਕਸਤੂਰੀ ਜਿਹੜੀ ਹੁੰਦੀ ਹੈ, ਜੋ ਜੋ ਗੁਜਰੇ ਦੇ ਉਮਰ ਹੱਥ ਪੈਣ ਪਈ, ਦਾਖਾਂ ਵਟਿਆਂ ਵਨ ਸੁਰਾਹੀ ਡੁੱਲ ਚੱਲੀ ਵੇ। ਸੋ ਇਹ ਹੈ ਜਿਹੜੀ ਕਵਿਤਾ, ਤੁਸੀਂ ਇਹ ਪੜ੍ਹ ਲਿਓ, ਠੀਕ ਹੈ। ਅੱਗੇ ਲਿਖਿਆ ਹੋਇਆ, ਹਿੱਕੋ ਭੈੜਿਆ ਫੁੱਲ ਉਮਰ ਦੀ ਟਿੰਗ ਉੱਤੇ, ਟਿੰਗ ਮਤਲਬ ਟਾਹਣੀ, ਉਮਰ ਦੀ ਟਾਹਣੀ ਉੱਤੇ ਇੱਕ ਹੀ ਫੁੱਲ ਜਵਾਨੀ ਦਾ, ਕੁਝ ਤਾਂ ਆਏ ਬਹਾਰ ਰੁੱਤ ਬੇਫੁੱਲ ਚੱਲੀ ਵੇ। ਆਵਾਜ਼ਾਂ ਕਾਵ ਸੰਗ੍ਰਹਿ 'ਚੋਂ ਲਈ ਗਈ ਹੈ। ਇਹ ਦੋਨੇ ਹੀ ਕਵਿਤਾਵਾਂ ਆਵਾਜ਼ਾਂ ਕਾਵ ਸੰਗ੍ਰਹਿ 'ਚੋਂ ਲਈਆਂ ਗਈਆਂ। ਜਿਹੜੀ ਹੈਗੀ ਹੈ ਸਾਡੀ ਸਵੇਰ ਕਵਿਤਾ, ਅਤੇ ਉਸ ਤੋਂ ਬਾਅਦ ਹੈਗੀ ਹੈ ਹਿੱਕੋ ਦਿਹਾੜਾ ਯਾਰ। ਇਹ ਦੋਨੋਂ ਕਵਿਤਾ ਸਾਡੀਆਂ ਕਿਹਦੇ 'ਚੋਂ ਲਈ ਗਈਆਂ, ਆਵਾਜ਼ਾਂ। ਅਗਲੀ ਕਵਿਤਾ ਹੈ ਜਿਹੜੀ ਉਹ ਸਾਡੀ ਹੈਗੀ ਹੈ ਪਰੀਏ ਨੀ ਪਰੀਏ। ਇਸ ਕਵਿਤਾ ਦੇ ਵਿੱਚ ਕਵੀ ਆਪਣੇ ਜ਼ਿੰਦਗੀ ਦੇ ਅੰਤਿਮ ਪੜਾਅ ਦੇ ਵਿੱਚ ਹੈ, ਅੰਤਿਮ ਪੜਾਵ ਦੇ ਵਿੱਚ ਬੇਬਸੀ ਦੇ ਭਾਵ ਪ੍ਰਗਟ ਕਰ ਰਿਹਾ ਹੈ। ਕਵੀ ਬੇਬਸ ਹੈ ਜਦੋਂ ਜੀਵਨ ਦੇ ਅੰਤਿਮ ਪੜਾਅ ਹੁੰਦੇ ਆ। ਓਬਵੀਅਸਲੀ ਗੱਲ ਕਲੀਅਰ ਹੈ ਕਿ ਹਰ ਕੋਈ ਬੇਬਸ ਹੁੰਦਾ, ਕੋਈ ਕੰਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਦੰਦ ਹੈ ਜਿਹੜੇ ਉਹ ਮਤਲਬ ਕੀ ਹੈ ਵੀ ਕਿਸੇ ਚੀਜ਼ ਦਾ ਸਵਾਦ, ਸੁੱਝ ਸਵਾਦ ਨਹੀਂ ਮਾਣਿਆ ਜਾ ਸਕਦਾ। ਅੱਖਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਦਿਸਣਾ ਘੱਟ ਹੋ ਗਿਆ, ਬੰਦ ਹੋ ਗਿਆ, ਕੰਨ ਸੁਣ ਨਹੀਂ ਰਹੇ, ਚੱਜ ਨਾਲ ਸੁਣਨੇ, ਦਿਮਾਗ ਦੀ ਘੱਟ ਵਰਤੋਂ, ਦਿਮਾਗ ਵਰਤਿਆ ਨਹੀਂ ਜਾ ਰਿਹਾ ਕਿਉਂਕਿ ਦਿਮਾਗ ਕੰਮ ਕਰਨ ਨੂੰ ਹੌਲੀ ਹੌਲੀ ਹਟ ਰਿਹਾ। ਜਿਹੜੇ ਹੱਡ ਪੈਰ ਹੈ ਜਿਹੜੇ ਉਹ ਬੁੱਢੇ ਹੋ ਕੇ ਚੱਜ ਨਾਲ ਤੁਰਿਆ ਨਹੀਂ ਜਾ ਰਿਹਾ, ਹੱਥ ਕੰਬਦੇ ਆ। ਇਹ ਸਾਰੀ ਸਥਿਤੀ ਹੈ ਜਿਹੜੀ ਉਸ ਅਵਸਥਾ ਦੀ ਹੈ ਜਿਸ ਨੂੰ ਕਵੀ ਨੇ ਇਸ ਕਵਿਤਾ ਦੇ ਵਿੱਚ ਦਰਸਾਇਆ। ਅੰਤਿਮ ਪੜਾਅ ਵਿੱਚ ਬੇਬਸੀ ਭਰੇ ਆਪਣੇ ਜਿਹੜੇ ਬੇਬਸੀ ਦਾ ਭਾਵ ਹੈ ਜਿਹੜਾ ਉਸ ਨੂੰ ਪ੍ਰਗਟ ਕੀਤਾ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਵੀ ਇਸ ਕਵਿਤਾ ਦਾ ਵਿਸ਼ਾ ਕੀ ਹੈ, ਪਰੀਏ ਨਹੀਂ ਪਰੀਏ। ਜੀਵਨ ਦੇ ਅੰਤਿਮ ਪੜਾਅ ਦੇ ਵਿੱਚ ਕਵੀ ਆਪਣਾ ਬੇਬਸੀ ਭਰੇ ਭਾਵ ਨੂੰ ਪ੍ਰਗਟ ਕਰ ਰਿਹਾ। ਪਰੀਏ ਨੀ ਪਰੀਏ ਉਮਰਾਂ ਦੇ ਪੁੜਾ ਹੇਠੋਂ ਲੰਘ ਗਿਆ ਪਾਣੀ, ਰੇਤੜ ਵਿੱਚ ਕਿੰਜ ਤਰੀਏ। ਪਰੀਏ ਨੀ ਪਰੀਏ ਨਾਲ ਪਾਵੇ ਜਦ ਕਾਲ ਸੀ ਬੰਨਿਆ, ਉਹ ਕੜੀਆਂ ਕਿੰਜ ਫੜੀਏ। ਜਦੋਂ ਕਿਹਾ ਜਾਂਦਾ ਸੀ ਵੀ ਪਾਵੇ ਦੇ ਨਾਲ ਕਾਲ ਬੰਨਿਆ, ਕਿਹਾ ਜਾਂਦਾ ਨਾ ਰਾਵਣ ਬਾਰੇ ਵੀ ਉਹਨੂੰ ਮ੍ਰਿਤਿੂ ਨਹੀਂ ਸੀ ਆਉਣੀ ਕਦੇ ਵੀ, ਕਿਉਂਕਿ ਉਸਨੇ ਕਾਲ ਨੂੰ ਆਪਣੇ ਪਾਵੇ ਮੰਜੇ ਦੀ ਚਾਰ ਪਾਈ ਦਾ ਜਿਹੜਾ ਪਾਵਾ ਉਹਦੇ ਨਾਲ ਬੰਨਿਆ ਹੋਇਆ ਸੀ।
ਪਰੀਏ ਨੀ ਪਰੀਏ ਗਗਨਾਂ ਦੇ ਘੋੜੇ ਤੇ ਚੰਨ ਦੀ ਕਾਠੀ ਪਾ ਕਿੱਦਾਂ ਮੁੜ ਚੜੀਏ, ਪਰੀਏ ਨੀ ਪਰੀਏ ਤਰੁੰਡ ਆਕਾਸ਼ਾਂ ਤੇ ਛੱਬਿਓ ਛੱਬੀਆਂ, ਫੱਬਿਓ ਛੱਬੀਆਂ ਪੈਰ ਤੇਰੇ ਕਿੰਜ ਧਰੀਏ, ਪਰੀਏ ਨੀ ਪਰੀਏ ਦੁੱਧਾ ਥਣੀ ਨਾ ਆਵੇ ਮੁੜ ਕੇ ਜੇ ਲੱਖ ਹੀਲਾ ਕਰੀਏ। ਦੁੱਧਾ ਥਣੀ ਨਾ ਆਵੇ ਦਾ ਮਤਲਬ ਹੁੰਦਾ ਹੈ, ਇਹਦਾ ਮਤਲਬ ਕੀ ਹੈ ਕਿ ਜਵਾਨੀ ਦੀ ਅਵਸਥਾ ਜਿਹੜੀ ਉਹ ਦੁਬਾਰੇ ਨਹੀਂ ਆਉਂਦੀ। ਦੁੱਧਾ ਥਣੀ ਨਾ ਆਵੇ ਜੇ ਲੱਖ ਹੀਲਾ ਕਰੀਏ, ਪਰੀਏ ਨੀ ਪਰੀਏ ਖਾਲੀ ਸੁਰਾਹੀ ਤੇ ਸਖਣੇ ਪਿਆਲੇ। ਸਖਣੇ ਮਤਲਬ ਹੁੰਦਾ ਖਾਲੀ, ਸ਼ਬਦ ਦਾ ਧਿਆਨ ਰੱਖਣਾ ਅਰਥ ਦਾ। ਕੁੱਟ ਕਿੰਜ ਨਸ਼ਿਆਂ ਦਾ ਭਰੀਏ, ਪਰੀਏ ਨੀ ਭਰੀਏ ਗੁੜ ਹੋਵੇ ਤਾਂ ਵੰਡ ਮੁਕਾਈਏ, ਦਰਦਾਂ ਦਾ ਕੀ ਕਰੀਏ। ਦਰਦ ਕਿਹਦੇ ਨਾਲ ਵੰਡਾ ਲਈਏ ਅਸੀਂ? ਜੇ ਗੁੜ ਹੋਵੇ ਤਾਂ ਚਲੋ ਵੰਡ ਦਈਏ ਵੀ ਚਲੋ ਵੀ ਤੂੰ ਵੀ ਖਾ ਲਾ, ਤੂੰ ਵੀ ਮੂੰਹ ਮਿੱਠਾ ਕਰ ਲਾ। ਪਰ ਹੁਣ ਦਰਦ ਥੋੜ੍ਹਾ ਕਹਿ ਸਕਦੇ ਹਾਂ ਲੈ ਫਲਾਣੇ ਚੱਕ ਮੇਰਾ ਦਰਦ ਤੇ ਤੂੰ ਵੀ ਮੂੰਹ ਮਿੱਠਾ ਕਰ ਲਾ, ਐਵੇਂ ਤਾਂ ਨਹੀਂ ਹੋ ਸਕਦਾ। ਇਹ ਕਵਿਤਾ ਜਿਹੜੀ ਇਹ ਬੂਹੇ ਕਾਵ ਸੰਗ੍ਰਹਿ 'ਚੋਂ ਲਈ ਗਈ ਹੈ ਜੀ। ਅਗਲਾ ਕਵੀ ਹੈ ਜਿਹੜਾ, ਆਪਣੀ ਅਗਲੀ ਕਵਿੱਤਰੀ ਹੈ ਜਿਹੜੀ ਆਪਾਂ ਪੜ੍ਹਨੀ ਹੈ ਬੇਟਾ ਜੀ, ਤੁਹਾਨੂੰ ਪਤਾ ਹੀ ਹੈ ਜਦੋਂ ਗੱਲ ਪ੍ਰੋਫੈਸਰ ਮੋਹਨ ਸਿੰਘ ਦੀ ਆਉਂਦੀ ਹੈ ਅਤੇ ਉਦੋਂ ਅੰਮ੍ਰਿਤਾ ਪ੍ਰੀਤਮ ਨੂੰ ਵੀ ਨਾਲ ਹੀ ਪੜ੍ਹਿਆ ਜਾਂਦਾ। ਸੋ ਗੱਲ ਕਰਾਂਗੇ ਅਗਲੀ ਆਪਣੀ ਜਿਹੜੀ ਹੋਊਗੀ ਜਿਹੜੀ ਆਪਣੀ ਕਲਾਸ, ਉਹਦੇ ਵਿੱਚ ਆਪਾਂ ਅੰਮ੍ਰਿਤਾ ਪ੍ਰੀਤਮ ਬਾਰੇ ਪੜ੍ਹਾਂਗੇ। ਇਹਦੇ ਵਿੱਚ ਜੋ ਵੀ ਤੁਹਾਨੂੰ ਗੱਲਾਂ ਦੱਸੀਆਂ ਉਹਨਾਂ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਿਓ, ਉਹਨਾਂ ਨੂੰ ਯਾਦ ਜ਼ਰੂਰ ਰੱਖਿਓ, ਪੜ੍ਹ ਲਿਓ, ਇਹਨਾਂ ਦੀ ਲਿਸਟ ਵੀ ਬਣਾ ਲਿਓ, ਕਵਿਤਾ ਕਾਵ ਸੰਗ੍ਰਹਿ ਅੱਗੇ ਲਿਖ ਕੇ। ਮਿਲਦੇ ਆ ਜਲਦੀ ਜੀ, ਰੱਬ ਰਾਖਾ।